दो लड़ाइयां दे विच जिहड़े विश्व युद्ध होए जे उदों फौजी लड़े सी उदों जवान लड़े सी तां आ तीजे युद्ध दे विच साडे डॉक्टर लड़ रहे आ। इस महामारी दे दौरान जिहड़े अपनी जान जोखिम दे विच पा के दिन रात हॉस्पिटलों दे विच काम कर रहे आ, दिन रात फ्रंट ते लड़ रहे आ, उन्हां दियां MD दियां फीसां वधाउणियां, उन्हां दा स्टाइपन ना वधाउणा ते उन्हां दियां MBBS दियां फीसां वधाउणियां, मैं समझदा कि इस तो वड्डी नाकामी दी गल ते इस तो भरी मैं समझदा कि अफसोस दी गल पंजाब स्टेट लई नहीं हो सकती। खेर साहब ने बिल्कुल जिहड़ा डाटा दिता है, बहुत स्टेटां दे विच साडे नालों भी ज़्यादा फीस वध है, कुछ स्टेटां दे विच साडे नालों फीस घट है, लेकिन पंजाब दे विच 2015 तो बाद पहली बार वैल साहब एक स्टेट दस दो जिहदे च MBBS MD दी फीस साडे नालों ज़्यादा होवे, एक स्टेट वैद साहब उत्तराखंड का कॉलेज है गवर्नमेंट मैडिकल कॉलेज हडवानी, इहदी 50,000 साल की फीस है जिहड़ी सरकारी, मैं प्राइवेट की गल नहीं करता, सरकारी कॉलेज की फीस 50,000 है। मैं तुहानूं जिहड़ा राजकीय दून मैडिकल कॉलेज देहरादून है इहदी टोटल फीस 4,28,000 रुपया तुसीं स्क्रीन ते जे ऑर्डर है उन्हां दा जी साडी वैद साहब 8 लाख करती। सरकार ने भी लगातार 2014 ਦੇ ਵਿੱਚ ਵੀ ਵਾਧਾ ਕੀਤਾ, 2013 ਦੇ ਵਿੱਚ ਵੀ ਵਾਧਾ ਕੀਤਾ, ਤਕਰੀਬਨ 40 ਲੱਖ ਤੱਕ ਫੀਸ ਪਹੁੰਚ ਗਈ ਸੀ ਜੋ ਕੋਟੇ ਦੇ ਤਹਿਤ ਹੁੰਦੀ ਆ, ਵੱਖ-ਵੱਖ ਕੋਟੇ ਜੋ ਬਣਦੇ ਨੇ। ਪਰ ਫੀਸਾਂ ਸਰਕਾਰਾਂ ਨੇ ਵਧਾਈਆਂ ਨੇ, ਲਗਾਤਾਰ ਵਧਾਈਆਂ ਨੇ, ਪਰ ਸਰਕਾਰਾਂ ਨੇ ਮੇਰੇ ਖਿਆਲ 'ਚ ਨਹੀਂ 13-14 ਸਾਲਾਂ ਦੀ ਗੱਲ ਕਰ ਲਈਏ, ਵਾਰ-ਵਾਰ ਸਵਾਲ ਉਹੀ ਉੱਠਦਾ ਹੈ ਕਿ ਫੀਸਾਂ ਵੱਧ ਜਾਂਦੀਆਂ ਨੇ, ਫੀਸਾਂ ਵੱਧਦੀਆਂ ਕਿ ਸਹੂਲਤਾਂ ਦਿੱਤੀਆਂ ਜਾਣਗੀਆਂ, ਪਰ ਸਹੂਲਤਾਂ ਮਿਲਦੀਆਂ ਨਹੀਂ। तो मैं दोबारा कहना कि तुसी दूजियां स्टेट नूं देखो जिहड़े अज 250 रुपए च साल दा लैके जिहड़े स्टेट MBBS करवा रहे हैं कि तुहानूं लगदा भी 250 रुपए च कोई बच्चा पढ़ जूगा, पर नहीं, उन्हां 250 रुपए च बिल्कुल नहीं पढ़ सकदा। ਉਹ ਸਟੇਟਾਂ ਨੇ ਜਿਹੜੀਆਂ ਉਹਨਾਂ ਨੂੰ ਪਤਾ ਹੈ ਕਿ ਸਾਡੀ ਵੈਲਫੇਅਰ ਸਟੇਟ ਹੈ, ਹੈਲਥ ਨਾਲੋਂ ਵੱਡੀ ਕੋਈ ਸੇਵਾ ਨਹੀਂ, ਇਸੇ ਕਰਕੇ ਅਸੀਂ ਫ੍ਰੀ ਡਾਕਟਰ ਵੀ ਬਣਾਉਣੇ ਆ ਤਾਂ ਕਿ ਉਹ ਉਸ ਤੋਂ ਬਾਅਦ ਸਰਕਾਰੀ ਹਸਪਤਾਲਾਂ 'ਚ ਰਹਿ ਕੇ ਲੋਕਾਂ ਦੀ ਸੇਵਾ ਕਰਨ। ਫੀਸ ਵਧਾਉਣ ਨਾਲ ਕੱਲਾ ਗਰੀਬਾਂ ਦੀ ਮੈਰਿਟ ਚੋਂ ਬਾਹਰ ਨਹੀਂ ਹੋਣੇ, ਮਿਡਲ ਕਲਾਸ ਮੈਰਿਟ ਚੋਂ ਬਾਹਰ ਨਹੀਂ ਹੋਣੇ, ਇਹਦੇ ਨਾਲ ਜਿਹੜੇ ਮਰੀਜ਼ ਆ ਉਹਨਾਂ ਤੇ ਵੀ ਵੱਡਾ ਇਫੈਕਟ ਪੈਣਾ। ਸਾਨੂੰ ਤੁਸੀਂ ਫਿਰ ਐਗਜ਼ਾਮਪਲ ਦੇ ਰਹੇ ਹੋ ਹੋਸਟਲਸ ਦੀ, 250 ਰੁਪਏ ਦੇ ਵਿੱਚ ਅੱਜ ਮੈਨੂੰ ਦੱਸ ਦਿਓ ਕਿ ਕਿਹੜੇ ਹੋਸਟਲ ਦੀ ਫੀਸ ਹੈ, ਕਿਹੜੇ MBBS ਕਾਲਜ ਦੇ ਹੋਸਟਲ ਦੀ 250 ਰੁਪਏ ਦੀ ਕਿਹੜੀ ਸਟੇਟ ਦੀ ਫੀਸ ਹੈ। ਥੋੜਾ ਬਹੁਤਾ ਸਾਨੂੰ ਆਪਣਾ ਬਜਟ ਵੇਖ ਕੇ ਜ਼ਰੂਰ ਚੱਲਣਾ ਪਏਗਾ, ਤੁਸੀਂ ਤਾਂ ਹੀ ਆਪਣੇ ਜਿਹੜੇ ਇੰਸਟੀਟਿਊਸ਼ਨ ਮੌਲਾਨਾ ਆਜ਼ਾਦ ਕਾਲਜ ਦਿੱਲੀ, ਵੈਦ ਸਾਹਿਬ ਮੌਲਾਨਾ ਆਜ਼ਾਦ ਕਾਲਜ ਦਿੱਲੀ 250 ਰੁਪਿਆ ਸਾਲ ਦੀ ਫੀਸ ਹੈ। ਖੇਰ ਸਾਹਿਬ ਉਹਨੂੰ ਇਹ ਦੇਖੋ ਕਿ ਉਹਨੂੰ ਸੈਂਟਰ ਗਵਰਨਮੈਂਟ ਦੀ ਕਿੰਨੀ ਏਡ ਹੈ। ਰੋਜ਼ਾਨਾ ਸਪੋਕਸਮੈਨ TV ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਦੋਸਤੋ ਇਸ ਵਕਤ 'ਚ ਇੱਕ ਪੰਜਾਬ ਦੀ ਸਿਆਸਤ ਦੀ ਗੱਲ ਕਰੀਏ ਤਾਂ ਇੱਕ ਵੱਖਰਾ ਮੌਸਮ ਜੇ ਗੱਲ ਕਰ ਲਈ ਜਾਂ ਇੱਕ ਵੱਖਰੇ ਮੌਸਮ ਦੀ ਤਰ੍ਹਾਂ ਬਦਲਦੀ ਜਾਪਦੀ ਹੈ ਤੇ ਇਸ ਵਕਤ ਵਿਰੋਧੀਆਂ ਕੋਲ ਮੁੱਦੇ ਬਹੁਤ ਸਾਰੇ ਨੇ ਸਰਕਾਰ ਨੂੰ ਘੇਰਨ ਲਈ। ਖਾਸ ਕਰਕੇ ਨਵੇਂ ਮੁੱਦੇ ਦੀ ਗੱਲ ਕਰ ਲਈਏ ਤਾਂ MBBS ਦੀਆਂ ਫੀਸਾਂ ਨੇ ਜੋ ਜਿਨ੍ਹਾਂ 'ਚ ਵਾਧਾ ਕੀਤਾ ਗਿਆ ਆ। ਬੇਸ਼ੱਕ ਸਰਕਾਰ ਕਹਿੰਦੀ ਹੈ ਕਿ ਲੰਮਾ ਸਮਾਂ ਹੋ ਗਿਆ ਸੀ, ਲੋੜ ਸੀ, ਲੇਕਿਨ ਵਿਰੋਧੀਆਂ ਵੱਲੋਂ ਜਿਹੜਾ ਕਿ ਲਗਾਤਾਰ ਇਹ ਫੀਸਾਂ ਦੇ ਵਾਧੇ ਨੂੰ ਲੈ ਕੇ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤੇ ਨਾਲ ਦੀ ਨਾਲ ਜੇਕਰ ਆਮ ਆਦਮੀ ਪਾਰਟੀ ਦੀ ਗੱਲ ਕਰ ਲਈਏ ਤਾਂ ਆਮ ਆਦਮੀ ਪਾਰਟੀ ਸਰਕਾਰ ਦਾ ਘਿਰਾਓ ਕਰਨ ਜਾ ਰਹੀ ਹੈ, ਸਰਕਾਰ ਦੇ ਮੰਤਰੀ OP ਸੋਨੀ ਦੀ ਕੋਠੀ ਦਾ ਘਿਰਾਓ ਕਰਨ ਜਾ ਰਹੀ ਹੈ। ਸੋ ਇਸ ਮੁੱਦੇ ਤੇ ਚਰਚਾ ਕਰਨ ਲਈ ਸਾਡੇ ਨਾਲ ਵਿਧਾਇਕ ਕਾਂਗਰਸ ਤੋਂ ਕੁਲਦੀਪ ਸਿੰਘ ਜੀ ਨੇ ਤੇ ਨਾਲ ਦੀ ਨਾਲ ਆਮ ਆਦਮੀ ਪਾਰਟੀ ਦੇ ਵਿਧਾਇਕ ਅਮੀਤ ਹੇਰ ਜੀ ਨੇ। ਸੋ ਉਹਨਾਂ ਤੋਂ ਜਾਣਕਾਰੀ ਲੈਂਦੇ ਆ ਕਿ ਕੀ ਇਹ ਮਸਲਾ ਆ, ਕਿਉਂ ਫੀਸਾਂ ਵਧਾਈਆਂ ਜਾ ਰਹੀਆਂ ਨੇ ਤੇ ਇਸ ਵਕਤ ਜੋ ਹਾਲਾਤ ਬਣੇ ਹੋਏ ਨੇ ਪੰਜਾਬ ਦੇ ਵਿੱਚ ਕੀ ਲੋੜ ਪੈ ਗਈ ਸੀ ਕਿ ਇੱਦਾਂ ਬੋਝ ਪਾਇਆ ਜਾ ਰਿਹਾ। ਸਭ ਤੋਂ ਪਹਿਲਾਂ ਸਵਾਲ ਮੌਜੂਦਾ ਸਰਕਾਰ ਦੇ ਵਿਧਾਇਕ ਤੋਂ ਲਵਾਂਗੇ। ਕੁਲਦੀਪ ਜੀ, ਮੇਰਾ ਸਵਾਲ ਤੁਹਾਨੂੰ ਹੈ ਕਿ ਜਿਵੇਂ ਦੋਸ਼ ਲਾਇਆ ਜਾ ਰਿਹਾ ਹੈ ਕਿ ਸਭ ਤੋਂ ਵੱਧ ਫੀਸਾਂ ਹੋ ਗਈਆਂ ਨੇ, ਕੀ ਲੋੜ ਸੀ? ਆਮ ਆਦਮੀ ਪਾਰਟੀ ਦਾ ਕਹਿਣਾ ਆ ਕਿ ਗਰੀਬ ਦਾ ਬੱਚਾ ਸੁਪਨਾ ਨਹੀਂ ਦੇਖ ਸਕਦਾ ਹੁਣ ਡਾਕਟਰ ਬਣਨ ਦਾ। ਸੁਰਖਾਬ ਜੀ, ਜਿਸ ਤਰ੍ਹਾਂ ਕਿ ਜਿਹੜਾ ਇਹ ਸਮਾਂ ਚੱਲ ਰਿਹਾ ਪੰਜਾਬ ਦੇ ਉੱਤੇ ਜਾਂ ਸਾਰੇ ਐਂਟਾਇਰ ਇੰਡੀਆ ਦੇ ਉੱਤੇ ਜੀ ਜੋ ਹਾਲਾਤ ਬਣੇ ਆ, ਜੋ ਫਾਈਨੈਂਸ਼ੀਅਲ ਪੋਜੀਸ਼ਨ ਅੱਜ ਸਰਕਾਰਾਂ ਦੀ ਬਣੀ ਹੋਈ ਹੈ, ਸਪੈਸ਼ਲੀ ਆਮ ਟਾਕਿੰਗ ਅਬਾਊਟ ਪੰਜਾਬ ਆਲਸੋ। ਦੇਖੋ ਹਰ ਚੀਜ਼ ਦੀ ਕਾਸਟ ਕੱਢ ਕੇ ਹੀ ਉਹਨੂੰ ਜਿਹੜੇ ਕਿਸੇ ਵੀ ਆਮ ਟਾਕਿੰਗ ਅਬਾਊਟ ਐਨੀ ਪ੍ਰੋਡਕਟ, ਕਿਸੇ ਵੀ ਚੀਜ਼ ਦੀ ਜਦੋਂ ਆਪਾਂ ਕਾਸਟ ਕੱਢਦੇ ਹਾਂ ਤੇ ਉਹਦੇ ਵਿੱਚ ਸਾਨੂੰ ਜਿਹੜੀਆਂ ਪ੍ਰੋਬਲਮਸ ਆਉਂਦੀਆਂ ਨੇ ਤੇ ਉਹ ਕਾਸਟ ਫੈਕਟਰ ਦੇਖ ਕੇ ਅਸੀਂ ਉਹਦੀ ਪ੍ਰਾਈਸ ਫਿਕਸ ਕਰਦੇ ਹਾਂ। ਜਿਹੜੀ
ਗਵਰਨਮੈਂਟ ਕਾਲਜ ਫੀਸਾਂ ਦਾ ਸੰਬੰਧ ਹੈ, ਪਿਛਲੇ 5 ਸਾਲਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਕੋਈ ਫੀਸ ਨਹੀਂ ਸੀ ਵਧਾਈ ਗਈ। ਲੇਕਿਨ ਜਿਹੜੇ ਗਵਰਨਮੈਂਟ ਕਾਲਜਸ ਹੈ, ਇਹਨਾਂ ਦੇ ਜਿਹੜੇ ਐਡਮਿਨਿਸਟ੍ਰੇਟਰ ਨੇ, ਉਹਨਾਂ ਨੇ ਗਵਰਨਮੈਂਟ ਨੂੰ ਇਹ ਕਿਹਾ ਕਿ ਜੀ ਇਹ ਜਿਹੜੀਆਂ ਫੀਸਿਸ ਨੇ ਇਹਨਾਂ ਨੂੰ ਇਨਕਰੀਜ਼ ਕਰਨਾ ਚਾਹੀਦਾ। ਹਾਲਾਤਾਂ ਦੇ ਮੁਤਾਬਕ ਜਿਹੜੀ ਫੀਸ ਹੈ ਬਹੁਤ ਥੋੜੀ ਵਧਾਈ ਗਈ ਹੈ। ਜਿੱਥੋਂ ਤੱਕ ਆਮ ਆਦਮੀ ਪਾਰਟੀ ਨੇ ਕਿਹਾ ਕਿ ਗਰੀਬ ਬੱਚੇ ਨਹੀਂ ਪੜ੍ਹ ਸਕਣਗੇ, ਮੈਂ ਇਸ ਗੱਲ ਨਾਲ ਸਹਿਮਤ ਇਸ ਕਰਕੇ ਨਹੀਂ ਹੈ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਆਲਰੇਡੀ ਜਿਹੜੇ ਸਾਡੇ ਐਸਸੀ ਵਿਦਿਆਰਥੀਆਂ ਜਾਂ ਜਿਹੜੇ ਦੂਜੇ ਇਕਨੋਮਿਕਲੀ ਵੀਕਰ ਸੈਕਸ਼ਨ ਦੇ ਵਰਗ ਹੈ, ਉਹਨਾਂ ਵਾਸਤੇ ਜਿਹੜੀ ਫੀਸ ਹੈ ਉਹ ਡਿਫਰੈਂਟ ਹੈ। ਲੇਕਿਨ ਮੈਂ ਪਰਸਨਲ ਇੱਕ ਵਿਊ ਦੇਣਾ ਚਾਹੂੰਗਾ ਇੱਥੇ ਕਿ ਜਿਹੜੀ ਹੇਅਰ ਸਾਹਿਬ ਨੇ ਗੱਲ ਕੀਤੀ ਹੈ ਗਰੀਬ ਪਰਿਵਾਰਾਂ ਦੀ, ਉਹਦੇ ਵਾਸਤੇ ਅਸੀਂ ਵੀ ਸਾਰੇ ਹੱਕ ਵਿੱਚ ਹਾਂ ਕਿ ਜਿਹੜੇ ਸਾਡੇ ਗਰੀਬ ਪਰਿਵਾਰ ਨੇ ਉਹਨਾਂ ਦੇ ਬੱਚਿਆਂ ਨੂੰ ਫੀਸ ਦੇਣੀ ਵਾਕਈ ਮੁਸ਼ਕਿਲ ਹੁੰਦੀ ਹੈ। ਇਹਦੇ ਵਾਸਤੇ ਮੈਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਤੇ ਜਿਹੜੇ ਸਾਡੇ ਚੀਫ ਮਿਨਿਸਟਰ ਨੇ, ਪਲੱਸ ਜਿਹੜੇ ਸਾਡੀ ਐਂਟਾਇਰ ਕੈਬਨਿਟ ਦੇ ਜਿਹੜੇ ਮੈਂਬਰਸ ਨੇ, ਉਹਨਾਂ ਨੂੰ ਜ਼ਰੂਰ ਬੇਨਤੀ ਕਰਾਂਗੇ ਕਿ ਬੇਸ਼ੱਕ ਸਾਡੀ ਮਜਬੂਰੀ ਹੈ ਫੀਸਾਂ ਵਧਾਉਣੀਆਂ, ਲੇਕਿਨ ਜਿਹੜਾ ਸਾਡਾ ਗਰੀਬ ਵਰਗ ਹੈ ਉਹਨਾਂ ਦੇ ਜਿਹੜੇ ਬੱਚੇ ਆ ਉਹਨਾਂ ਦਾ ਖਾਸ ਆਉਣ ਵਾਲੇ ਸਮੇਂ ਦੇ ਵਿੱਚ ਫੀਸ ਸਟਰਕਚਰ ਦੇ ਵਿੱਚ ਧਿਆਨ ਰੱਖਿਆ ਜਾਵੇ। ਮੀਰ ਜੀ, ਤੁਸੀਂ ਕੀ ਕਹਿਣਾ? ਤੁਸੀਂ ਸਹਿਮਤ ਹੋ? ਉਹਨਾਂ ਦਾ ਕਹਿਣਾ ਆ ਕਿ ਸਾਡਾ ਬੁਨਿਆਦੀ ਢਾਂਚਾ ਮਜ਼ਬੂਤ ਕਰਨ ਦੇ ਲਈ ਜਾਂ ਲੋੜ ਸੀ ਫੀਸਾਂ ਵਧਾਉਣ ਦੇ ਲਈ, ਪਰ 77% ਵਾਧਾ ਬਹੁਤ ਵੱਡਾ ਹੁੰਦਾ ਆ, ਬਹੁਤ ਵੱਡਾ ਗੈਪ ਹੋ ਜਾਂਦਾ ਆ ਜਾਂ ਬਹੁਤ ਵੱਡਾ ਆਰਥਿਕ ਬੋਝ ਬਣ ਜਾਂਦਾ ਆ। ਸੁਰਖਾਤ ਜੀ, ਮੈਂ ਬਿਲਕੁਲ ਸਹਿਮਤ ਹਾਂ ਕਿ ਸਰਕਾਰਾਂ ਨੇ ਖਰਚੇ ਚਲਾਉਣੇ ਹੁੰਦੇ ਆ, ਉਹ ਖਰਚੇ ਚਲਾਉਣ ਲਈ ਰੈਵਨਿਊ ਵੀ ਜਨਰੇਟ ਕਰਨੇ ਹੁੰਦੇ ਆ ਜੀ। ਪਰ ਉਹ ਸਾਡੀ ਇਹ ਵੈਲਫੇਅਰ ਸਟੇਟ ਹੈ, ਰੈਵਨਿਊ ਜਨਰੇਟ ਕਰਨ ਲਈ ਸਰਕਾਰ ਕੋਲੇ ਬੜੇ ਡਿਪਾਰਟਮੈਂਟ ਹੁੰਦੇ ਨੇ, ਸ਼ਰਾਬ ਤੋਂ ਲੈ ਕੇ ਰੈਵਨਿਊ ਡਿਪਾਰਟਮੈਂਟ ਤੋਂ ਲੈ ਕੇ ਟਰਾਂਸਪੋਰਟ ਤੋਂ ਲੈ ਕੇ ਕਿਹੜੇ ਮਹਿਕਮੇ ਆ ਜਿੱਥੋਂ ਅਸੀਂ ਜਿਹੜਾ ਰੈਵਨਿਊ ਜਨਰੇਟ ਨਹੀਂ ਕਰ ਸਕਦੇ। ਪਰ ਉਹ ਡਿਪਾਰਟਮੈਂਟ ਜਿਹਨੇ ਲੋਕਾਂ ਨੂੰ ਸਹੂਲਤ ਦੇਣੀ ਹੈ, ਉਹ ਡਾਕਟਰ ਜਿਹੜੇ ਅੱਜ ਫਰੰਟ ਤੇ ਹੋ ਕੇ ਲੜ ਰਹੇ ਆ, ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਕਿ ਜੇ ਪਹਿਲੀਆਂ 2 ਲੜਾਈਆਂ ਦੇ ਵਿੱਚ ਜਿਹੜੇ ਵਿਸ਼ਵ ਯੁੱਧ ਹੋਏ, ਜੇ ਉਦੋਂ ਫੌਜੀ ਲੜੇ ਸੀ, ਉਦੋਂ ਜਵਾਨ ਲੜੇ ਸੀ, ਤਾਂ ਆ ਤੀਜੇ ਯੁੱਧ ਦੇ ਵਿੱਚ ਸਾਡੇ ਡਾਕਟਰ ਲੜ ਰਹੇ ਆ। ਇਸ ਮਹਾਮਾਰੀ ਦੇ ਦੌਰਾਨ ਜਿਹੜੇ ਆਪਣੀ ਜਾਨ ਜੋਖਿਮ ਦੇ ਵਿੱਚ ਪਾ ਕੇ ਦਿਨ ਰਾਤ ਹਸਪੀਟਲਾਂ ਦੇ ਵਿੱਚ ਕੰਮ ਕਰ ਰਹੇ ਆ, ਦਿਨ ਰਾਤ ਫਰੰਟ ਤੇ ਲੜ ਰਹੇ ਆ, ਉਹਨਾਂ ਦੀਆਂ MD ਦੀਆਂ ਫੀਸਾਂ ਵਧਾਉਣੀਆਂ, ਉਹਨਾਂ ਦਾ ਸਟਾਈਪਨ ਨਾ ਵਧਾਉਣਾ ਤੇ ਉਹਨਾਂ ਦੀਆਂ MBBS ਦੀਆਂ ਫੀਸਾਂ ਵਧਾਉਣੀਆਂ, ਮੈਂ ਸਮਝਦਾ ਕਿ ਇਸ ਤੋਂ ਵੱਡੀ ਨਾਕਾਮੀ ਦੀ ਗੱਲ ਤੇ ਇਸ ਤੋਂ ਭਰੀ ਮੈਂ ਸਮਝਦਾ ਕਿ ਅਫਸੋਸ ਦੀ ਗੱਲ ਪੰਜਾਬ ਸਟੇਟ ਲਈ ਨਹੀਂ ਹੋ ਸਕਦੀ। ਠੀਕ ਹੈ, ਜੇ ਇਹ ਕਹਿੰਦੇ ਆ ਕਿ ਅਸੀਂ ਰੈਵਨਿਊ ਇੱਥੋਂ ਇਕੱਠਾ ਕਰਨਾ ਸੀ, ਤਾਂ ਹੋਰ ਜਿਹੜੇ ਦੂਸਰੇ ਸਟੇਟਸ ਨੇ ਉਹਨਾਂ ਨੇ ਨਹੀਂ ਰੈਵਨਿਊ ਇਕੱਠਾ ਕਰਨਾ ਸੀ। ਸਾਡੇ ਨਾਲ ਹਰਿਆਣਾ ਹੈਗਾ, 1966 ਚ ਹਰਿਆਣਾ ਬਣਿਆ, ਉਹਨਾਂ ਨੇ ਉਸ ਤੋਂ ਬਾਅਦ 5 ਕਾਲਜ ਬਣਾ ਲਏ ਤੇ ਉਹਨਾਂ ਚ ਫੀਸ ਸਾਡੇ ਨਾਲੋਂ ਬਹੁਤ ਜ਼ਿਆਦਾ ਘੱਟ ਹੈ। ਸਾਡੇ ਨਾਲ ਰਾਜਸਥਾਨ ਹੈ, ਉੱਥੇ ਤਕਰੀਬਨ 6000 ਰੁਪਏ MBBS ਦੀ ਫੀਸ ਹੈ। ਸਾਡੇ ਨਾਲ ਦਿੱਲੀ ਹੈ, ਉੱਥੇ ਜਿੰਨੇ ਕਾਲਜ ਨੇ 250 ਤੋਂ ਸ਼ੁਰੂ ਹੋ ਕੇ 6000 ਤੱਕ ਤਕਰੀਬਨ ਫੀਸ ਹੈ। ਵੈਸਟ ਬੰਗਾਲ ਦੇ ਵਿੱਚ 15 ਕਾਲਜ ਨੇ ਸਰਕਾਰੀ, ਉੱਥੇ ਜਿਹੜੀ ਫੀਸ ਦਾ ਸਟਰਕਚਰ ਹੈ ਉਹ ਵੀ ਬਿਲਕੁਲ ਜਿਹੜਾ ਨਾਮਾਤਰ ਹੈ, 5-6000 ਦੇ ਵਿੱਚ ਤੇ ਸਾਡੇ ਆਲਰੇਡੀ ਪੰਜਾਬ ਦੇ ਵਿੱਚ ਇਹਨਾਂ ਦੇ ਵਧਾਉਣ ਤੋਂ ਪਹਿਲਾਂ ਵੀ ਪੂਰੇ ਹਿੰਦੁਸਤਾਨ ਚ 2015 ਦੇ ਵਿੱਚ ਹੀ ਜਦੋਂ ਅਕਾਲੀ ਦਲ ਦੀ ਸਰਕਾਰ ਸੀ, ਜਦੋਂ ਉਹਨਾਂ ਨੇ ਫੀਸਾਂ ਵਧਾਈਆਂ, ਪੂਰੇ ਹਿੰਦੁਸਤਾਨ ਦੇ ਵਿੱਚ ਸਭ ਤੋਂ ਜ਼ਿਆਦਾ ਆਲਰੇਡੀ ਪੰਜਾਬ ਦੇ ਵਿੱਚ ਫੀਸਾਂ ਸੀ, ਚਾਹੇ ਉਹ MBBS ਹੋਵੇ ਚਾਹੇ ਉਹ MD ਹੋਵੇ। ਤੇ ਪੂਰੇ ਹਿੰਦੁਸਤਾਨ ਦੇ ਵਿੱਚੋਂ ਮੈਂ ਵਿਸ਼ਵਾਸ ਨਾਲ ਕਹਿ ਸਕਦਾ ਜਿੱਥੇ ਫੀਸਾਂ ਵੱਧ ਸੀ ਉੱਥੇ ਜਿਹੜਾ ਸਟਾਈਪੈਂਡ ਮਿਲਦਾ ਹੈਗਾ ਡਾਕਟਰਸ ਨੂੰ, ਤਾਂ ਜਿਹੜੇ MBBS ਦੇ ਇੰਟਰਨ ਨੂੰ ਮਿਲਦਾ ਉਹ ਪੂਰੇ ਹਿੰਦੁਸਤਾਨ ਨਾਲੋਂ ਘੱਟ ਸੀ। ਜੇ 2015 ਜਿੰਨਾ ਵੀ ਰਹਿਣ ਦਿੰਦੇ ਤਾਂ ਵੀ ਉਹ ਬਹੁਤ ਜ਼ਿਆਦਾ ਸੀ। ਤੇ ਉਸ ਤੋਂ ਬਾਅਦ ਵੀ ਜਿਹੜਾ ਇਹਨਾਂ ਨੇ ਵਧਾਇਆ ਗਾ, ਉਹ ਜਿਹੜੀ ਸੁਪਰੀਮ ਕੋਰਟ ਦੀ ਰੂਲਿੰਗ ਹੈ ਉਹ ਕਹਿੰਦੇ ਆ ਕਿ 15% ਤੋਂ ਜ਼ਿਆਦਾ ਜਿਹੜਾ ਤੁਸੀਂ ਵਾਧਾ ਫੀਸਾਂ ਦੇ ਵਿੱਚ ਨਹੀਂ ਕਰ ਸਕਦੇ। ਪਰ 15 ਕੀ 2000 ਜੇ ਆਪਾਂ 12 ਤੋਂ ਗੱਲ ਕਰੀਏ, ਮੈਂ ਤੁਹਾਨੂੰ ਕੱਲ ਵੀ ਇੰਟਰਵਿਊ ਦੇ ਵਿੱਚ ਦੱਸਿਆ ਸੀ, 2012 ਤੋਂ ਲੈ ਕੇ ਹੁਣ ਤੱਕ ਪੰਜਾਬ ਸਰਕਾਰ ਨੇ ਤਕਰੀਬਨ 12 ਗੁਣਾ ਰੇਟ ਵਧਾਤੇ। ਉਦੋਂ 13000 MBBS ਦੀ ਫੀਸ ਸੀ, ਅੱਜ 12 ਗੁਣਾ ਵੱਧ ਕੇ ਤਕਰੀਬਨ 1.5 ਲੱਖ ਤੇ ਜਿਹੜੀ ਫੀਸ ਹੈ ਉਹ ਪਹੁੰਚ ਚੁੱਕੀ ਹੈ। ਇਹਦੇ ਨਾਲ ਮੈਂ ਸਮਝਦਾ ਕਿ ਬਹੁਤ ਬੱਚੇ, ਦੇਖੋ ਅੱਜ ਜਨਰਲ ਕੈਟਾਗਰੀ ਦੇ ਵੀ ਬੜੇ ਬੱਚੇ ਨੇ ਜਿਹੜੇ ਚਾਹੁੰਦੇ ਆ ਕਿ ਅਸੀਂ ਡਾਕਟਰ ਬਣੀਏ, ਜਿਨ੍ਹਾਂ ਦੇ ਪੇਰੈਂਟਸ ਚਾਹੁੰਦੇ ਆ ਕਿ ਸਾਡੇ ਬੱਚੇ ਡਾਕਟਰ ਬਣਨ। ਪਰ ਤੁਸੀਂ ਇਹ ਦੱਸੋ, ਕੇਵਲ ਗਰੀਬ ਨਹੀਂ, ਇਸ ਤੋਂ ਪਹਿਲਾਂ ਤਾਂ ਕੇਵਲ ਗਰੀਬ ਬਾਹਰ ਹੋਏ ਸੀ, ਪਰ ਹੁਣ ਜਿਹੜੀ ਫੀਸ 1.5 ਲੱਖ ਰੁਪਇਆ ਸਾਲ ਦੀ ਕਰਤੀ, ਇਹਦੇ ਨਾਲ ਲੋਅਰ ਮਿਡਲ ਕਲਾਸ ਤੇ ਜਿਹੜੀ ਅਪਰ ਮਿਡਲ ਕਲਾਸ ਵੀ ਮੈਂ ਸਮਝਦਾ ਕਿ ਇਹਦੇ ਨਾਲੋਂ ਬਹੁਤ ਸਾਰੇ ਲੋਕ, ਹਰ ਕਿਸੇ ਕੋਲੇ ਨਹੀਂ ਹੁੰਦਾ ਕਿ ਸਾਲ ਦਾ 1.5 ਲੱਖ ਦੇ ਦੇਣ। ਉਦੋਂ ਇਲਾਵਾ ਹੋਸਟਲ ਦੀ ਫੀਸ ਅਲੱਗ ਹੈ। ਇਹਦੇ ਨਾਲ ਮੈਂ ਸਮਝਦਾ
ਕਿ ਪੰਜਾਬ ਦੇ ਤਕਰੀਬਨ 70-80% ਲੋਕ ਨੇ ਜਿਹੜੇ ਉਹ ਇਸ ਵਧੀ ਫੀਸ ਕਰਕੇ ਇਸ ਕੰਪੀਟੀਸ਼ਨ ਦੇ ਵਿੱਚੋਂ ਬਾਹਰ ਹੋ ਜਾਣਗੇ। ਬਿਲਕੁਲ, ਕੰਪੀਟੀਸ਼ਨ ਦੀ ਗੱਲ ਕੀਤੀ ਜਾਵੇ ਪੰਜਾਬ ਦੀ, ਜੇਕਰ ਅਸੀਂ ਇਸ ਵਕਤ ਹਾਲਾਤ ਵਿਦਿਆਰਥੀਆਂ ਦੀ ਗੱਲ ਕਰ ਲਈਏ, ਕੁਲਦੀਪ ਜੀ ਸਵਾਲ ਤੁਹਾਡੇ ਤੱਕ ਆ, ਕਿਉਂਕਿ ਮੌਜੂਦਾ ਸਰਕਾਰ ਤੁਹਾਡੀ ਹੈ, ਚਾਹੇ ਪਿਛਲੇ 10 ਸਾਲਾਂ ਦੀ ਗੱਲ ਕਰ ਲਈਏ, ਚਾਹੇ ਤੁਹਾਡੇ 3 ਸਾਲਾਂ ਦੀ ਗੱਲ ਕਰ ਲਈਏ, ਤਾਂ ਬਹੁਤਾ ਸਟੂਡੈਂਟ +2 ਕਰਕੇ ਬਾਹਰ ਜਾਣਾ, ਅੱਜ ਜਿਹੜੀ ਡਿਮਾਂਡ ਆ ਜਾਂ ਜਿਹੜਾ ਰੁਝਾਨ ਹੈ ਸਟੂਡੈਂਟਸ ਦਾ ਬਾਹਰ ਜਾਣਾ ਆ, ਜਾਂ ਮਾਪਿਆਂ ਦੀ ਇੱਛਾ ਹੁੰਦੀ ਹੈ ਕਿ ਸਾਡਾ ਬੱਚਾ ਡਾਕਟਰ ਬਣ ਜਾਵੇ ਤੇ ਚੰਗੀ ਕਮਾਈ ਦਾ ਕਰੇਗਾ ਨਾਲ ਲੋਕਾਂ ਦੀ ਸੇਵਾ ਕਰੇਗਾ। ਪਰ ਜੇ ਹੁਣ ਫੀਸਾਂ ਇਸ ਤਰੀਕੇ ਨਾਲ ਵਧਣਗੀਆਂ, ਇੰਸਟੀਚਿਊਟ ਹੈ ਨਹੀਂ, ਵਧਾਏ ਜਾਂਦੇ ਨਹੀਂ, ਫੀਸਾਂ ਵਧਾਈਆਂ ਜਾਂਦੀਆਂ ਨੇ, ਸੀਟਾਂ ਉਹੀ ਸਾਡੇ ਕੋਲ 400-500 ਨੇ, ਤਾਂ ਕਿਵੇਂ ਆਪਾਂ ਡਾਕਟਰ ਪੈਦਾ ਕਰਾਂਗੇ ਨਵੇਂ? ਸੁਰਖਾਬ ਜੀ, ਜਿਹੜਾ ਸਾਡੇ ਪੰਜਾਬ ਦੇ ਜਿਹੜੇ ਬੱਚੇ ਬਾਹਰ ਜਾ ਰਹੇ ਨੇ, ਇਹਦੇ ਬੜੇ ਹੋਰ ਰੀਜ਼ਨਸ ਨੇ। ਇਕੱਲਾ ਇਹੀ ਨਹੀਂ ਕਿ ਕਿਸੇ ਇੰਸਟੀਟਿਊਸ਼ਨ ਦੀ ਕਿੰਨੀ ਫੀਸ ਹੈ। ਹੇਰ ਸਾਹਿਬ ਨੇ ਬਿਲਕੁਲ ਜਿਹੜਾ ਡਾਟਾ ਦਿੱਤਾ ਹੈ, ਬਹੁਤ ਸਟੇਟਾਂ ਦੇ ਵਿੱਚ ਸਾਡੇ ਨਾਲੋਂ ਵੀ ਜ਼ਿਆਦਾ ਫੀਸ ਵੱਧ ਹੈ, ਕੁਝ ਸਟੇਟਾਂ ਦੇ ਵਿੱਚ ਸਾਡੇ ਨਾਲੋਂ ਫੀਸ ਘੱਟ ਹੈ, ਲੇਕਿਨ ਪੰਜਾਬ ਦੇ ਵਿੱਚ 2015 ਤੋਂ ਬਾਅਦ ਪਹਿਲੀ ਵਾਰੀ। ਵੈਦ ਸਾਹਿਬ ਇੱਕ ਸਟੇਟ ਦੱਸ ਦਿਓ ਜਿਹਦੇ ਚ MBBS MD ਦੀ ਫੀਸ ਸਾਡੇ ਨਾਲੋਂ ਜ਼ਿਆਦਾ ਹੋਵੇ, ਇੱਕ ਸਟੇਟ। ਹੇਰ ਸਾਹਿਬ, ਉੱਤਰਾਖੰਡ ਦਾ ਡਾਟਾ ਤੁਹਾਡੇ ਕੋਲ ਅਵੇਲੇਬਲ ਹੈ, ਇਹਨੂੰ ਨੈਟ ਤੇ ਹੁਣੇ ਕੱਢ ਲਓ। ਉੱਤਰਾਖੰਡ ਦੇ ਵਿੱਚ ਜਿਹੜੀ ਫੀਸ ਹੈ ਉਹ ਪੰਜਾਬ ਦੇ ਨਾਲੋਂ ਜ਼ਿਆਦਾ ਹੈ। ਜਿਹੜੀ ਤੁਸੀਂ ਸੁਰਖਾਬ ਜੀ ਗੱਲ ਕੀਤੀ ਸੀ ਕਿ ਸਾਡੇ ਜਿਹੜੇ ਬੱਚੇ ਬਾਹਰ ਜਾ ਰਹੇ ਨੇ, ਉਹਦੇ ਬੜੇ ਰੀਜ਼ਨਸ ਹੈ ਜੀ। ਉਹਦਾ ਇੱਕ ਰੀਜ਼ਨ ਨਹੀਂ ਹੈ, ਉਹਦੇ ਬਹੁਤ ਸਾਰੇ ਰੀਜ਼ਨਸ ਹੈ। ਕੁਲਦੀਪ ਜੀ, ਰੀਜ਼ਨ ਬਹੁਤ ਨੇ ਕੁਲਦੀਪ ਜੀ, ਪਰ ਸਰਕਾਰ ਜ਼ਿੰਮੇਵਾਰ ਤਾਂ ਬਣਦੀ ਹੈ ਨਾ, ਜੇਕਰ ਅਸੀਂ ਰੋਜ਼ਗਾਰ ਨਹੀਂ ਬਿਲਕੁਲ ਅਸੀਂ ਆਪਣੀ ਸੁਰਖਾਬ ਜੀ, ਅਸੀਂ ਆਪਣੀ ਜ਼ਿੰਮੇਵਾਰੀ ਤੋਂ ਬਿਲਕੁਲ ਨਹੀਂ ਭੱਜਦੇ, ਅਸੀਂ ਆਪਣੀ ਜ਼ਿੰਮੇਵਾਰੀ ਤੋਂ ਬਿਲਕੁਲ ਨਹੀਂ ਭੱਜਦੇ। ਵੀ ਆਰ ਰੈਡੀ ਟੂ, ਮੈਂ ਤਾਂ ਜਿੱਦਾਂ ਤੁਹਾਨੂੰ ਪਹਿਲਾਂ ਕਿਹਾ, ਵੈਦ ਸਾਹਿਬ ਉੱਤਰਾਖੰਡ ਦਾ ਕਾਲਜ ਹੈ ਗਵਰਨਮੈਂਟ ਮੈਡੀਕਲ ਕਾਲਜ ਹਡਵਾਨੀ, ਇਹਦੀ 50,000 ਸਾਲ ਦੀ ਫੀਸ ਹੈ, ਜਿਹੜੀ ਸਰਕਾਰੀ, ਮੈਂ ਪ੍ਰਾਈਵੇਟ ਦੀ ਗੱਲ ਨਹੀਂ ਕਰਦਾ, ਸਰਕਾਰੀ ਕਾਲਜ ਦੀ ਫੀਸ 50,000 ਹੈ ਉਹਦੀ। ਮੈਂ ਤੁਹਾਨੂੰ ਜਿਹੜਾ ਰਾਜਕੀय ਦੂਨ ਮੈਡੀਕਲ ਕਾਲਜ ਦੇਹਰਾਦੂਨ ਹੈ, ਇਹਦੀ ਟੋਟਲ ਫੀਸ 4,28,000 ਰੁਪਏ ਤੁਸੀਂ ਸਕਰੀਨ ਤੇ, ਇਹ ਆਰਡਰ ਆ ਉਹਨਾਂ ਦਾ ਜੀ। ਸਾਡੀ ਵੈਦ ਸਾਹਿਬ 8 ਲੱਖ ਕਰਤੀ, ਬਲਕਿ ਮੈਂ ਜਿਹੜੀ ਤੁਹਾਨੂੰ ਦੱਸਣਾ ਚਾਹੁੰਦਾ ਇਹਨਾਂ ਦੀ ਜ਼ਿਆਦਾ ਆ। ਇਹ ਜਿਹੜੀ ਹੇਰ ਸਾਹਿਬ ਨੇ ਗੱਲ ਕੀਤੀ ਹੈ, ਬਿਲਕੁਲ ਇਹਦੇ ਵਿੱਚ ਤੇ ਮੈਂ ਇਹ ਜਿਹੜੀ, ਇੱਕ ਮਿੰਟ ਹੇਰ ਸਾਹਿਬ ਮੈਨੂੰ ਲੈਟ ਮੀ ਸਪੀਕ, ਇਹ ਜਿਹੜੀ ਫੀਸ ਵਧਾਈ ਆ ਨਾ ਜੀ, ਫੀਸ ਵਧਾਉਣ ਦਾ ਜਿੱਦਾਂ ਮੈਂ ਪਹਿਲਾਂ ਕਿਹਾ ਕਿ ਇੱਕ ਰੀਜ਼ਨ ਨਹੀਂ ਹੈ। ਮੈਂ ਜੇ ਤੁਸੀਂ ਮੇਰੇ ਪਰਸਨਲ ਵਿਊਜ਼ ਲੈਣੇ ਹੋ ਤਾਂ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਜਿਹੜੀਆਂ ਫੀਸਿਸ ਨੇ ਇਹ ਸਾਨੂੰ ਰੀਜ਼ਨੇਬਲ ਰੱਖਣੀਆਂ ਚਾਹੀਦੀਆਂ ਨੇ, ਤਾਂ ਕਿ ਜਿਹੜਾ ਹਰ ਵਰਗ ਹੈ ਉਹ ਇਹਦਾ ਲਾਭ ਉਠਾ ਸਕਦਾ ਹੋਵੇ, ਐਂਡ ਲਾਭ ਉਠਾਉਂਦੇ ਵੀ ਨੇ। ਜਿੱਥੋਂ ਤੱਕ ਲੋਕਾਂ ਦੇ ਬਾਹਰ ਜਾਣ ਦਾ ਸੰਬੰਧ ਸੁਰਖਾਬ ਜੀ ਤੁਸੀਂ ਕੀਤਾ, ਇਹਦੇ ਬਹੁਤ ਸਾਰੇ ਰੀਜ਼ਨਸ ਨੇ, ਇਹਦਾ ਇੱਕ ਰੀਜ਼ਨ ਨਹੀਂ ਹੈ, ਬਹੁਤ ਸਾਰੇ ਰੀਜ਼ਨਸ ਨੇ। ਇੱਕ ਤਾਂ ਸਾਨੂੰ ਜਿਹੜਾ ਈਜ਼ੀ ਵੀ ਕਹਿ ਲਓ ਕਿ ਈਜ਼ੀ ਜਿਹੜਾ ਸਾਨੂੰ ਇੱਕ ਸੋਰਸ ਲੱਗਦਾ ਵੀ ਆਪਣੇ ਮੁੰਡੇ ਨੂੰ 20-25 ਲੱਖ ਰੁਪਈਆ ਲਾ ਕੇ 30 ਲੱਖ ਰੁਪਈਆ ਬਾਹਰ ਭੇਜ ਦਿਓ, ਉੱਥੇ ਜਾ ਕੇ ਕੋਈ ਨਾ ਕੋਈ ਅਪਰਚੁਨਿਟੀ ਉਹਨੂੰ ਮਿਲ ਜਾਂਦੀ ਹੈ। ਇਹਦੇ 'ਚ ਮੈਂ ਓਪਨਲੀ ਐਡਮਿਟ ਕਰਦਾ ਕਿ ਸਾਡੀਆਂ ਸਟੇਟਸ ਨਾਲੋਂ, ਹਿੰਦੁਸਤਾਨ ਦੀਆਂ ਬਾਕੀ ਸਟੇਟਸ ਨਾਲੋਂ, ਕੈਨੇਡਾ, ਅਮਰੀਕਾ ਜਾਂ ਯੂਰਪੀਅਨ ਕੰਟਰੀਜ਼, ਉੱਥੇ ਅਪਰਚੁਨਿਟੀਜ਼ ਬੈਟਰ ਨੇ, ਦੇयर इज नो ਡਾਊਟ ਅਬਾਊਟ ਇਟ। ਲੇਕਿਨ ਜਿਹੜਾ ਆਪਣਾ ਮੇਨ ਮੁੱਦਾ ਆ ਫੀਸਾਂ ਵਾਲਾ, ਇਹ ਸਮੇਂ ਦੀ ਨਜ਼ਾਕਤ ਨੂੰ ਦੇਖ ਕੇ ਹੋਏ ਫੀਸਾਂ ਦਾ ਜਿਹੜਾ ਸਟਰਕਚਰ ਆ ਉਹ ਚੇਂਜ ਕੀਤਾ ਗਿਆ। ਵਾਰ-ਵਾਰ ਸਮੇਂ ਦੀ ਨਜ਼ਾਕਤ ਆਪਾਂ ਕਹਿ ਦਿੰਦੇ ਆ। ਮੇਰੇ ਕੋਲ ਕੁਝ ਅੰਕੜੇ ਨੇ, ਪ੍ਰਾਈਵੇਟ ਕਾਲਜਾਂ ਦੀ ਫੀਸ ਦੀ ਗੱਲ ਕਰ ਲਈਏ, ਤੁਸੀਂ ਕਹਿ ਰਹੇ ਹੋ ਕਿ ਰਾਜਕੀय ਮੈਡੀਕਲ ਦੂਨ ਦੀ ਤੁਸੀਂ ਗੱਲ ਕਰ ਰਹੇ ਸੀਗੇ, ਤਾਂ ਪੰਜਾਬ ਦਾ ਪ੍ਰਾਈਵੇਟ ਕਾਲਜ ਹੈ ਕੋਈ, ਉਹਦੇ 8 ਲੱਖ ਤਕਰੀਬਨ 7.80 ਲੱਖ ਰੁਪਏ ਫੀਸ ਬਣਦੀ ਹੈ ਜੀ, ਵਧਾ ਕੇ ਜੋ ਬਣੀ ਹੈ। ਤੇ ਜੇਕਰ ਮੈਨੇਜਮੈਂਟ ਕੋਟੇ ਦੀ ਗੱਲ ਕੀਤੀ ਜਾਵੇ ਤਾਂ ਤਕਰੀਬਨ 40 ਲੱਖ ਤੋਂ 47 ਲੱਖ ਹੋ ਚੁੱਕੀ ਹੈ। ਇਹ ਅੰਕੜੇ ਨੇ ਇਸ ਵਕਤ ਜੋ ਫੀਸਾਂ ਦੇ ਨਾਲ ਹੈ। ਮੀਰ ਜੀ, ਤੁਸੀਂ ਕਿਵੇਂ ਦੇਖਦੇ ਹੋ? ਇਹ ਕਹਿੰਦੇ ਨੇ ਕਿ ਹੋਰ ਬੜੇ ਸਟੇਟਸ ਨੇ, ਹੋਰ ਬੜੇ ਸੂਬੇ ਨੇ ਜਿਨ੍ਹਾਂ ਦੀਆਂ ਫੀਸਾਂ ਪੰਜਾਬ ਨਾਲ ਵੱਧ ਨੇ, ਤੇ ਜੋ ਫੀਸਾਂ ਵਧਾਈਆਂ ਜਾ ਰਹੀਆਂ ਨੇ ਉਹ ਲੋੜੀਂਦੀਆਂ ਬਣ ਜਾਂਦੀਆਂ ਨੇ ਹਮੇਸ਼ਾ, ਪਰ ਅੰਕੜਾ ਜਿਹੜਾ ਗੈਪ 3-3 ਲੱਖ ਦਾ ਪੈ ਰਿਹਾ ਹੈ ਵਿੱਚ ਸਾਲ ਦੇ। ਪਤਾ ਨਹੀਂ ਜੀ ਸੁਰਖਾਬ ਜੀ, ਵੈਦ ਜੀ ਨੇ ਜਾਂ ਤਾਂ ਚੰਗੀ ਤਰ੍ਹਾਂ ਪੜ੍ਹਿਆ ਨਹੀਂ ਜਿਹੜੀ ਪੰਜਾਬ ਸਰਕਾਰ ਨੇ ਫੀਸਾਂ ਵਧਾਈਆਂ ਨੇ। ਵੈਦ ਸਾਹਿਬ, ਸਾਡੀਆਂ ਨਾ ਹੁਣ ਤਕਰੀਬਨ 8 ਲੱਖ ਰੁਪਈਆ ਫੀਸ ਹੋ ਚੁੱਕੀ ਹੈ MBBS ਦੀ, ਜਿਹੜੀ ਤੁਸੀਂ ਦੂਸਰੇ ਉੱਤਰਾਖੰਡ ਦੀ ਦਿਖਾ ਰਹੇ ਹੋ ਉਹ 4 ਲੱਖ। ਇਹ ਇਸ ਤੋਂ ਪਹਿਲਾਂ ਵੀ, ਵਧਾਉਣ ਤੋਂ ਪਹਿਲਾਂ ਵੀ, ਮੈਂ ਦੁਬਾਰਾ ਕਹਿ ਰਿਹਾ, ਇੱਕ ਸਟੇਟ ਵੀ ਪੰਜਾਬ ਹਿੰਦੁਸਤਾਨ 'ਚ ਇੱਦਾਂ ਦਾ ਨਹੀਂ ਜਿਹਦੀ ਫੀਸ ਵੱਧ ਹੋਵੇ। ਤੇ ਜਿਹੜੀ ਬਾਕੀ ਤੁਸੀਂ ਪ੍ਰਾਈਵੇਟ ਕਾਲਜਸ ਦੀ ਗੱਲ ਕੀਤੀ ਆ ਸੁਰਖਾਬ ਜੀ, ਪ੍ਰਾਈਵੇਟ ਕੀ ਸਰਕਾਰੀ ਵੀ, ਮੈਂ ਮੈਨੂੰ ਅੱਜ ਹੀ ਕਿਸੇ ਨੇ ਨਾ ਇੱਕ ਫੀਸ ਸਲਿੱਪ ਭੇਜੀ ਹੈ ਸਰਕਾਰ ਦੀ ਨੋਟੀਫਿਕੇਸ਼ਨ ਹੋਣ ਤੋਂ ਬਾਅਦ ਵੀ। ਇਸ ਤੋਂ ਬਾਅਦ ਵੀ ਇਹਨਾਂ ਨੇ ਕਹਿਤਾ ਵੀ ਜੀ ਕੋਈ 6.5 ਲੱਖ ਤੋਂ ਜ਼ਿਆਦਾ MD ਦੀ ਫੀਸ ਲੈ ਨਹੀਂ ਸਕਦਾ। 19/5 ਨੂੰ ਜੀ ਸਰਕਾਰ ਨੇ ਨੋਟੀਫਿਕੇਸ਼ਨ ਕੀਤੀ ਹੈ।
19/5/2020 ਨੂੰ ਆਹ ਮੇਰੇ ਕੋਲੇ ਇੱਕ ਰਸੀਦ ਆਈ ਹੈ, ਜਿਹੜਾ ਅੰਮ੍ਰਿਤਸਰ ਕਾਲਜ ਹੈਗਾ, ਗੁਰੂ ਰਾਮਦਾਸ ਯੂਨੀਵਰਸਿਟੀ ਆਫ ਹੈਲਥ ਸਾਇੰਸ ਜਿਹੜੀ ਅੰਮ੍ਰਿਤਸਰ ਹੈ, ਉਹਨਾਂ ਨੇ, ਮੈਂ ਤੁਹਾਨੂੰ ਦੱਸਦਾ, 13,79,000 ਰੁਪਏ ਉਹਨਾਂ ਨੇ 6/1/2020 ਨੂੰ ਇੰਨੇ ਰੁਪਏ ਆ ਜਿਹੜੇ ਉਹ ਫੀਸ ਹੈ ਜਿਹੜੀ ਭਰਵਾਈ ਹੈ। ਤੇ ਹਜੇ ਉਹ ਕਹਿ ਰਹੇ ਨੇ, ਕਿਉਂਕਿ ਸਟੂਡੈਂਟਸ ਨੇ ਦੇਖਿਆ ਵੀ ਸਰਕਾਰ ਨੇ ਕਿਹਾ 6.5 ਲੱਖ, ਵੈਸੇ ਤਾਂ 6.5 ਲੱਖ ਵੀ ਬਹੁਤ ਜ਼ਿਆਦਾ ਹੈ ਕਿਉਂਕਿ ਸਟਾਈਪੈਂਡ ਘੱਟ ਹੈਗਾ, ਪਰ ਉਸ ਤੋਂ ਬਾਅਦ ਵੀ ਇਹ ਕਹਿੰਦਾ 13.5 ਲੱਖ ਭਰੋ। ਜਿਹੜਾ ਨਹੀਂ ਭਰੂਗਾ ਉਹਦੇ ਤੇ 10,000 ਰੁਪਇਆ ਇੱਕ ਦਿਨ ਦਾ ਜਿਹੜਾ ਫਾਈਨ ਹੈ ਉਹਨੂੰ ਲਾਇਆ ਜਾਊਗਾ, ਜਿੰਨਾ ਟਾਈਮ ਫੀਸ ਭਰਦੇ ਨਹੀਂ। ਸੋ ਵੈਦ ਸਾਹਿਬ ਇੱਥੇ ਸਰਕਾਰ ਦੇ ਨੁਮਾਇੰਦੇ ਬੈਠੇ ਆ, ਮੈਂ ਇਹਨਾਂ ਤੋਂ ਪੁੱਛ ਲੈਣਾ ਕਿ ਜਿਹੜੇ ਇਦਾਂ ਦੇ ਕਾਲਜ ਨੇ ਜਿਹੜੇ ਸਰਕਾਰ ਦੀਆਂ ਹਦਾਇਤਾਂ, ਵੈਸੇ ਤਾਂ ਆਲਰੇਡੀ ਫੀਸ ਜ਼ਿਆਦਾ, ਫਿਰ ਉਸ ਤੋਂ ਜ਼ਿਆਦਾ ਵੀ ਡਬਲ ਤੋਂ ਜ਼ਿਆਦਾ ਮੰਗ ਰਿਹਾ, ਕਿ ਸਰਕਾਰ ਉਹਨਾਂ ਦੇ ਅਗੇਂਸਟ ਕੋਈ ਐਕਸ਼ਨ ਲਵੂਗੀ, ਜਾਂ ਜਿਹੜੇ ਪ੍ਰਾਈਵੇਟ ਕਾਲਜਾਂ ਨੂੰ, ਕਿਉਂਕਿ ਉਹਨਾਂ ਨੇ ਪਿਛਲੇ 3 ਸਾਲਾਂ ਤੋਂ ਉਹ ਜਿੰਨੀਆਂ ਸਰਕਾਰ ਦੇ ਆਦੇਸ਼ ਸੀ ਉਦੋਂ ਜ਼ਿਆਦਾ ਆਦੇਸ਼ ਯੂਨੀਵਰਸਿਟੀ ਦੀ ਵੀ ਹੁਣ ਫੀਸ ਘਟਾਈ ਗਈ ਹੈ, ਪਰ ਉਹ 3 ਸਾਲਾਂ ਤੋਂ MBBS ਤੇ MD ਦੀ ਜਿਹੜੀ ਫੀਸ ਹੈ ਕਰੋੜਾਂ ਰੁਪਈਆ ਜਵਾਕਾਂ ਤੋਂ ਉਹ ਜਿਹੜਾ ਉਹ ਜਮ੍ਹਾਂ ਕਰਵਾ ਚੁੱਕੇ ਆ। ਕੀ ਉਹਨਾਂ ਨੂੰ ਵਾਪਸ ਕਰਾਉਣ ਲਈ ਸਰਕਾਰ ਕੋਈ ਕਦਮ ਚੁੱਕੂਗੀ? ਕੀ ਆ ਜਿਹੜਾ ਅੰਮ੍ਰਿਤਸਰ ਵਾਲਾ ਕਾਲਜ ਹੈ ਜਿਹੜਾ ਇਹ 13.5 ਲੱਖ ਰੁਪਇਆ ਲੈ ਰਿਹਾ ਤਕਰੀਬਨ, ਇਹਦੇ ਤੇ ਵੀ ਤੁਸੀਂ ਕੋਈ ਕਾਰਵਾਈ ਕਰੋਗੇ? ਬਿਲਕੁਲ ਵੈਸਾ ਹੇਰ ਸਾਹਿਬ, ਮੈਂ ਤੁਹਾਨੂੰ ਜੀ ਸੁਖਰਾਜ ਜੀ ਸੁਰਖਾਬ ਜੀ ਮੈਂ ਤੁਹਾਨੂੰ ਇੱਕ ਫੀਸ ਸਟਰਕਚਰ ਦੱਸਣ ਲੱਗਿਆ ਜੀ ਕਿ ਤੁਸੀਂ ਪ੍ਰਾਈਵੇਟ ਕਾਲਜ ਦੀ ਗੱਲ ਕੀਤੀ ਹੈ। ਹਰਿਆਣਾ 'ਚ 10 ਲੱਖ ਰੁਪਇਆ, ਹਿਮਾਚਲ 'ਚ 14,52,000, ਰਾਜਸਥਾਨ 'ਚ 12 ਲੱਖ, ਇਸੇ ਤਰ੍ਹਾਂ ਉੱਤਰ ਪ੍ਰਦੇਸ਼ ਦੇ ਵਿੱਚ 14 ਲੱਖ ਰੁਪਇਆ, ਉੱਤਰਾਖੰਡ 'ਚ 13,22,000 ਰੁਪਇਆ, ਗੁਜਰਾਤ ਵਿੱਚ 15 ਲੱਖ ਰੁਪਇਆ ਤੇ ਮੱਧਿਆ ਪ੍ਰਦੇਸ਼ ਦੇ ਵਿੱਚ 9,45,000 ਰੁਪਇਆ। ਇਹਦੇ ਵਿੱਚ ਜਿਹੜੀਆਂ ਸੀਟਸ ਦਾ ਜਿਹੜਾ ਕੰਪੋਜੀਸ਼ਨ ਹੈ ਉਹ ਡਿਫਰੈਂਟ ਹੈ। ਜਿਹੜੀ ਹੇਅਰ ਸਾਹਿਬ ਗੱਲ ਕਰਦੇ ਨੇ ਸੁਰਖਾਬ ਜੀ, ਇਹ ਤਾਂ ਮੈਂ ਤੁਹਾਨੂੰ ਪਹਿਲਾਂ ਸ਼ੁਰੂ 'ਚ ਹੀ ਐਡਮਿਟ ਕੀਤਾ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਫੀਸ ਸਟਰਕਚਰ ਹੈ ਗਵਰਨਮੈਂਟ ਦੀ ਤੇ ਪ੍ਰਾਈਵੇਟ ਦੀ, ਮੈਂ ਉਹਨੂੰ ਕੋਈ ਜਸਟੀਫਾਈ ਨਹੀਂ ਕਰਦਾ ਕਿ ਜੀ ਫੀਸ ਬਹੁਤ ਵੱਧ ਹੋਣੀ ਚਾਹੀਦੀ ਹੈ ਜਾਂ ਇੱਥੇ ਘੱਟ ਹੋਣੀ ਚਾਹੀਦੀ ਹੈ। ਵੈਲਫੇਅਰ ਸਟੇਟ ਹੈ, ਫੀਸਾਂ ਦਾ ਸਟਰਕਚਰ ਇਹੋ ਜਿਹਾ ਹੋਣਾ ਚਾਹੀਦਾ ਜਿਹਦੇ ਨਾਲ ਜਿਹੜਾ ਸਾਡਾ ਆਮ ਆਦਮੀ ਆਪਣਾ ਬੰਦਾ ਪਰਿਵਾਰ ਹੈ ਉਹ ਵੀ ਆਪਣੇ ਬੱਚੇ ਦਾ ਕਰ ਸਕਦਾ ਹੋਵੇ। ਲੇਕਿਨ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਕਿ ਗਵਰਨਮੈਂਟ ਦੇ ਆਲਰੇਡੀ ਗਵਰਨਮੈਂਟ ਇਹਦੇ ਵਾਸਤੇ ਦੇਖ ਰਹੀ ਹੈ ਕਿ ਜੇ ਸਾਨੂੰ ਫੀਸ ਵਧਾਉਣੀ ਪੈਂਦੀ ਹੈ, ਜਿਹੜਾ ਸਾਡੇ ਗਰੀਬ ਪਰਿਵਾਰ ਨੇ ਉਹਨਾਂ ਦੇ ਬੱਚਿਆਂ ਦਾ ਜਿਹੜਾ ਫੀਸ ਸਟਰਕਚਰ ਆ ਉਹਨੂੰ ਵੀ ਕੰਸੀਡਰ ਕੀਤਾ ਜਾਣਾ ਚਾਹੀਦਾ। ਇਹਦੇ ਵਿੱਚ ਕੋਈ ਦੋ ਰਾਮਾ ਨਹੀਂ ਹੈ ਸਾਨੂੰ। ਲੇਕਿਨ ਇੱਕ ਚੀਜ਼ ਮੈਂ ਜ਼ਰੂਰ ਕਹੂੰਗਾ ਹੇਅਰ ਸਾਹਿਬ ਨੂੰ ਕਿ ਜੇ ਆਪਾਂ ਇੰਸਟੀਟਿਊਸ਼ਨ ਚਲਾਉਣੇ ਨੇ, ਕਿਸੇ ਤਰ੍ਹਾਂ ਦੇ ਵੀ ਕੋਈ ਇੰਸਟੀਟਿਊਸ਼ਨ ਹੈ, ਆਪਾਂ ਆਪਣਾ ਘਰ ਵੀ ਚਲਾਉਣੇ ਆ ਤਾਂ ਆਪਣਾ ਵੀ ਘਰ ਦਾ ਇੱਕ ਬਜਟ ਬਣਦਾ ਆ। ਉਹ ਬਜਟ ਤੋਂ ਜਦੋਂ ਆਪਾਂ ਬਾਹਰ ਚਲੇ ਜਾਵਾਂਗੇ ਜਾਂ ਬਜਟ ਤੋਂ ਘੱਟ ਸਾਨੂੰ ਕੋਈ ਆਮਦਨ ਹੁੰਦੀ ਹੈ ਤੇ ਉਹ ਘਰ ਚਲਾਉਣੇ ਬਹੁਤ ਔਖੇ ਹੋ ਜਾਂਦੇ ਆ। ਮੈਂ ਹਾਇਰ ਫੀਸ ਨੂੰ ਜਸਟੀਫਾਈ ਨਹੀਂ ਕਰਦਾ, ਲੇਕਿਨ ਸਾਨੂੰ ਇਹ ਕਰਨਾ ਪਏਗਾ। ਇਹਨਾਂ ਨੇ ਇੱਕ ਗੱਲ ਕਹੀ ਸੀ ਕਿ ਇਨਕਮ ਦੇ ਸਾਧਨ ਹੋਰ ਬੜੇ, ਬਿਲਕੁਲ ਠੀਕ ਹੈ, ਮੈਂ ਇਸ ਗੱਲ ਨਾਲ ਜਸਟੀਫਾਈ ਕਰਦਾ ਕਿ ਜਿਹੜੇ ਸਾਡੇ ਐਜੂਕੇਸ਼ਨਲ ਇੰਸਟੀਟਿਊਸ਼ਨਸ ਹੈ ਇਹਨਾਂ ਦਾ ਜਿਹੜਾ ਫੀਸ ਸਟਰਕਚਰ ਆ ਉਹ ਬਿਲਕੁਲ ਰੀਜ਼ਨੇਬਲ ਹੋਣਾ ਚਾਹੀਦਾ। ਮੈਂ ਇਸ ਗੱਲ ਤੋਂ ਬਿਲਕੁਲ ਇਨਕਾਰ ਨਹੀਂ ਕਰਦਾ। ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਇਹ ਜ਼ਰੂਰੀ ਨਹੀਂ ਕਿ ਟੀਵੀ ਦੇ ਉੱਤੇ ਬੈਠ ਕੇ ਮੈਂ ਸਿਰਫ ਚੰਗੀਆਂ ਜਾਂ ਬਿਲਕੁਲ ਹਰ ਚੀਜ਼ ਨੂੰ ਜਸਟੀਫਾਈ ਕਰਨਾ। ਜਿਹੜੀ ਚੀਜ਼ ਜ਼ਰੂਰਤ ਹੈ ਉਹਦੇ ਬਾਰੇ ਸਾਨੂੰ ਸਰਕਾਰ ਦੇ ਕੋਲੇ ਆਪਣਾ ਪੰਜਾਬ ਦਾ MLA ਹੋਣ ਦੇ, ਕਾਂਗਰਸ ਦਾ MLA ਹੋਣ ਦੇ ਨਾਤੇ ਮੈਂ ਜ਼ਰੂਰ ਇਹਦੀ ਆਵਾਜ਼ ਡੈਫੀਨੇਟ ਉਠਾਊਂਗਾ ਕਿ ਜੀ ਇਹਦੇ ਬਾਰੇ ਵੀ ਤੁਹਾਨੂੰ ਦੁਬਾਰਾ ਰਿਵਿਊ ਕਰਨਾ ਚਾਹੀਦਾ ਤਾਂ ਕਿ ਜਿਹੜਾ ਗਰੀਬ ਸਾਡਾ ਬੰਦਾ ਆ, ਈਵਨ ਸਾਡੀ ਜਿਹੜੀ ਲੋਅਰ ਮਿਡਲ ਕਲਾਸ ਹੈ, ਉਹਦੇ ਬੱਚੇ ਵੀ ਨੇ ਜਿਹੜੇ ਉਹ MBBS 'ਚ ਇਸ ਕਰਕੇ ਨਾ ਐਡਮਿਸ਼ਨ ਲੈਣ ਕਿ ਉਹਨਾਂ ਕੋਲੇ ਫੀਸ ਦੇਣ ਦੀ ਪੈਸੇ ਨਹੀਂ ਹੈ। ਕੁਲਦੀਪ ਜੀ, ਫੀਸਾਂ ਦੀ ਗੱਲ ਹੋ ਰਹੀ ਹੈ, ਫੀਸਾਂ ਦਾ ਜਿਵੇਂ ਕਿ ਮੀਤ ਜੀ ਨੇ ਪਹਿਲਾਂ ਦੱਸਿਆ, ਕੁਝ ਅੰਕੜਾ ਮੇਰੇ ਕੋਲ ਵੀ ਹੈ, ਬਾਦਲ ਸਰਕਾਰ ਨੇ ਵੀ ਲਗਾਤਾਰ 2014 ਦੇ ਵਿੱਚ ਵੀ ਵਾਧਾ ਕੀਤਾ, 2013 ਦੇ ਵਿੱਚ ਵੀ ਵਾਧਾ ਕੀਤਾ, ਤਕਰੀਬਨ 40 ਲੱਖ ਤੱਕ ਫੀਸ ਪਹੁੰਚ ਗਈ ਸੀ ਜੋ ਕੋਟੇ ਦੇ ਤਹਿਤ ਹੁੰਦੀ ਆ, ਵੱਖ-ਵੱਖ ਕੋਟੇ ਜੋ ਬਣਦੇ ਨੇ। ਪਰ ਫੀਸਾਂ ਸਰਕਾਰਾਂ ਨੇ ਵਧਾਈਆਂ ਨੇ, ਲਗਾਤਾਰ ਵਧਾਈਆਂ ਨੇ, ਪਰ ਸਰਕਾਰਾਂ ਨੇ ਮੇਰੇ ਖਿਆਲ 'ਚ ਨਹੀਂ 13-14 ਸਾਲਾਂ ਦੀ ਗੱਲ ਕਰ ਲਈਏ, ਵਾਰ-ਵਾਰ ਸਵਾਲ ਉਹੀ ਉੱਠਦਾ ਹੈ ਕਿ ਫੀਸਾਂ ਵੱਧ ਜਾਂਦੀਆਂ ਨੇ, ਫੀਸਾਂ ਵੱਧਦੀਆਂ ਕਿ ਸਹੂਲਤਾਂ ਦਿੱਤੀਆਂ ਜਾਣਗੀਆਂ, ਪਰ ਸਹੂਲਤਾਂ ਮਿਲਦੀਆਂ ਨਹੀਂ। ਉਹ ਬੁਨਿਆਦੀ ਢਾਂਚੇ ਜਾਂ ਸਿੱਖਿਆ ਦੇ ਉਹ ਢਾਂਚੇ ਉਵੇਂ ਦੇ ਮਜ਼ਬੂਤ ਨਹੀਂ ਹੁੰਦੇ ਜਾਂ ਦੁਬਾਰਾ ਨਵੇਂ ਇੰਸਟੀਚਿਊਟ ਖੜੇ ਨਹੀਂ ਹੁੰਦੇ। ਸੋ ਇਹ ਵੀ ਸਵਾਲ ਵੱਡਾ ਹੈ ਸਰਕਾਰ ਦੇ ਲਈ। ਇਸ ਤਰ੍ਹਾਂ ਸੁਰਖਾਬ ਜੀ, ਜਿਹੜੀ ਤੁਸੀਂ ਇਹ ਗੱਲ ਕਰਦੇ ਹੋ ਨਾ, ਡੇ ਬਾਈ ਡੇ ਹਰ ਚੀਜ਼ ਦੀ ਜਿਹੜੀ ਕੀਮਤ ਆ ਉਹ ਵੱਧ ਰਹੀ ਹੈ ਜੀ। ਆਪਾਂ ਕੋਵਿਡ ਨੂੰ ਛੱਡ ਦਈਏ
ਇਸ ਤੋਂ ਪਹਿਲਾ ਪੀਰੀਅਡ ਦੇਖੀਏ, ਹਰ ਚੀਜ਼ ਦੀ ਜਿਹੜੀ ਪ੍ਰਾਈਸਿਸ ਨੇ ਉਹ ਵਧਦੀਆਂ ਨੇ। ਮੈਂ ਬਾਰ-ਬਾਰ ਤੀਜੀ ਵਾਰ ਇਹ ਗੱਲ ਰਿਪੀਟ ਕਰਨ ਲੱਗਿਆ ਕਿ ਸਟੇਟਾਂ ਨੂੰ ਜਿਹੜਾ ਸਾਡਾ ਫੀਸ ਸਟਰਕਚਰ ਹੈ ਉਹਨੂੰ ਬਹੁਤ ਧਿਆਨ 'ਚ ਰੱਖਣਾ ਚਾਹੀਦਾ, ਤਾਂ ਕਿ ਜਿਹੜੇ ਸਾਡੇ ਗਰੀਬ ਪਰਿਵਾਰ ਨੇ, ਸਾਡਾ ਜਿਹੜਾ ਮਿਡਲ ਕਲਾਸ ਹੈ, ਉਹਦਾ ਜਿਹੜਾ ਫੀਸ ਦਾ ਸਟਰਕਚਰ ਇਹੋ ਜਿਹਾ ਹੋਣਾ ਚਾਹੀਦਾ ਕਿ ਉਹ ਆਪਣੇ ਬੱਚਿਆਂ ਨੂੰ ਇਹੋ ਜਿਹੇ ਇੰਸਟੀਟਿਊਸ਼ਨ 'ਚ ਪੜ੍ਹਾ ਸਕਣ ਦੇ ਕਾਬਲ ਹੋਣ। ਮੈਂ ਇਸ ਚੀਜ਼ ਨੂੰ ਬਿਲਕੁਲ ਡਿਨਾਈ ਨਹੀਂ ਕਰਦਾ, ਲੇਕਿਨ ਸਾਨੂੰ ਦੂਜੇ ਪਾਸੇ ਇਹ ਵੀ ਦੇਖਣਾ ਪਏਗਾ ਕਿ ਡੇ ਬਾਈ ਡੇ ਹਰ ਚੀਜ਼ ਦੀ ਪ੍ਰਾਈਸ ਵਧਦੀ ਹੈ, ਹਰ ਚੀਜ਼ ਦੀ ਕਾਸਟ ਵਧਦੀ ਹੈ। ਸਾਨੂੰ ਉਹ ਕਾਸਟ ਫੈਕਟਰ ਵੀ ਮਾਈਂਡ ਵਿੱਚ ਰੱਖਣਾ ਪਏਗਾ। ਬਿਲਕੁਲ, ਕਾਸਟ ਫੈਕਟਰ ਮਾਈਂਡ ਵਿੱਚ ਰੱਖਣਾ ਪਵੇਗਾ। ਪਰ ਅਮੀਤ ਜੀ, ਸਵਾਲ ਹੁਣ ਸਰਕਾਰ ਫਿਰ ਕਿਤੇ ਨਾ ਕਿਤੇ ਘਿਰਦੀ ਨਜ਼ਰ ਆਉਂਦੀ ਹੈ। ਸਵਾਲ ਮੇਰਾ ਲੈ ਲਿਓ ਪਹਿਲਾਂ। ਇਹ ਕਹਿੰਦੇ ਨੇ ਕਿ ਕਾਸਟ ਮਹਿੰਗਾਈ ਵੱਧ ਰਹੀ ਹੈ ਤੇ ਬਾਕੀ ਚੀਜ਼ਾਂ ਦੀ ਕਿਤੇ ਨਾ ਕਿਤੇ ਮਹਿੰਗਾਈ ਵੱਧ ਜਾਂਦੀ ਹੈ, ਬਾਕੀ ਚੀਜ਼ਾਂ ਅਸਰ ਪੈਂਦਾ, ਬਿਲਕੁਲ ਪੈਂਦਾ ਹੈ, ਪਰ ਮਹਿੰਗਾਈ ਨੂੰ ਕੰਟਰੋਲ ਕਰਨਾ ਜਾਂ ਚੀਜ਼ਾਂ ਕੀਮਤਾਂ ਨੂੰ ਕੰਟਰੋਲ ਕਰਨਾ ਵੀ ਸਰਕਾਰ ਦਾ ਕੰਮ ਹੈ। ਦੇਖੋ, ਜਿਹੜਾ ਵੈਦ ਸਾਹਿਬ ਨੇ ਕਿਹਾ ਜੀ ਕਿ ਇੱਕ ਤਾਂ ਇਹਨਾਂ ਨੇ ਖੁਦ ਐਡਮਿਟ ਕੀਤਾ ਕਿ ਪੰਜਾਬ ਵੈਲਫੇਅਰ ਸਟੇਟ ਹੈ। ਬਿਲਕੁਲ, ਵੈਲਫੇਅਰ ਸਟੇਟ ਦੇ ਵਿੱਚ ਵੈਦ ਸਾਹਿਬ ਆਪਾਂ ਲੋਕਾਂ ਨੂੰ ਰਾਸ਼ਨ ਮੁਹੱਈਆ ਕਰਾਉਣ ਲਈ, ਉਹਨਾਂ ਨੂੰ ਸ਼ਗਨ ਸਕੀਮਾਂ ਦੇਣ ਲਈ ਆਪਾਂ ਕਿੰਨੀਆਂ ਸਕੀਮਾਂ ਚਲਾਉਂਦੇ ਆ ਸਰਕਾਰਾਂ। ਕੀ ਉਦੋਂ ਅਸੀਂ ਇਹ ਨਹੀਂ ਦੇਖਦੇ ਵੀ ਭਾਈ ਸਰਕਾਰ ਦਾ ਬਜਟ ਹਿਲਦਾ ਕਿ ਨਹੀਂ? ਇਹ ਪ੍ਰਾਈਵੇਟ ਕਾਲਜ ਜ਼ਰੂਰ ਦੇਖਣ ਵੀ ਭਾਈ, ਵੈਸੇ ਤਾਂ ਪ੍ਰਾਈਵੇਟ ਕਾਲਜਾਂ ਨੂੰ ਵੀ ਇਹ ਕੋਈ ਵੀ ਐਜੂਕੇਸ਼ਨ ਇੰਸਟੀਟਿਊਟ ਹੈ ਉਹ ਨਾਨ ਪ੍ਰੋਫਿਟ ਹੁੰਦਾ, ਉਹ ਵੀ ਉਹ ਕਰ ਸਕਦਾ ਵੀ ਭਾਈ ਜਿੰਨਾ ਸਾਡੇ ਕੋਲੇ ਪੈਸਾ ਆਊਗਾ ਉਹਨਾਂ ਅਸੀਂ ਖਰਚ ਕਰਨਾ ਹੈ, ਹਨਾ। ਪਰ ਅਸੀਂ ਸਰਕਾਰ ਹੋ ਕੇ ਜਿਹੜੀਆਂ ਅਸੀਂ ਲੋਕਾਂ ਨੂੰ ਸਹੂਲਤਾਂ ਦੇਣੀਆਂ ਨੇ, ਹੈਲਥ ਤੋਂ ਵੱਡੀ ਸਹੂਲਤ ਮੈਂ ਸਮਝਦਾ ਨਹੀਂ ਕਿ ਕੋਈ ਵੀ ਰਾਸ਼ਨ ਨਾਲੋਂ ਜਾਂ ਸ਼ਗਨ ਸਕੀਮਾਂ ਨਾਲੋਂ। ਮੈਂ ਸਮਝਦਾ ਕਿ ਸਭ ਤੋਂ ਵੱਡੀ ਸਹੂਲਤ ਹੈਲਥ ਹੈ। ਜੇ ਅਸੀਂ ਅੱਜ ਉਹਨੂੰ ਹੀ ਲੋਕਾਂ ਕੋਲੋਂ ਖੋਲਾਂਗੇ, ਉਹਦੇ ਤੇ ਅਸੀਂ ਸੋਚਾਂਗੇ ਵੀ ਭਾਈ ਅਸੀਂ ਇਹਦੇ ਖਰਚ ਕਿੰਨਾ ਹੋ ਰਿਹਾ, ਮੁਨਾਫਾ ਕਿੰਨਾ ਹੋ ਰਿਹਾ, ਤਾਂ ਮੈਂ ਸਮਝਦਾ ਅਸੀਂ ਬਹੁਤ ਗਲਤ ਰਸਤੇ ਤੇ ਪੰਜਾਬ ਸਰਕਾਰ ਹੈ ਜਿਹੜੀ ਚੱਲ ਰਹੀ ਹੈ। ਵੈਦ ਸਾਹਿਬ, ਜੇ ਮੈਂ ਮੋਟਾ ਦੱਸਾਂ ਤਾਂ ਪੰਜਾਬ ਦੇ ਵਿੱਚ ਤਕਰੀਬਨ 500 MBBS ਦੀ ਸਰਕਾਰੀ ਸੀਟ ਹੈ, 200 MD ਦੀ ਹੈ, ਜਿਹਦਾ ਕੁੱਲ ਖਰਚ 10 ਕਰੋੜ ਰੁਪਇਆ ਬਣਦਾ ਹੈ। ਕੀ ਅਸੀਂ ਐਡੀ ਸਾਡੀ ਮੈਂ ਸਮਝਦਾ ਕਿ ਸਰਕਾਰ ਨਕੰਮੀ ਹੈ ਕਿ ਸਾਡੇ ਕੋਲ ਕੇਵਲ 10 ਕਰੋੜ ਰੁਪਇਆ ਸਾਡੇ ਹੈਲਥ ਵਾਸਤੇ, ਸਾਡੇ ਪੰਜਾਬ ਦੇ ਬੱਚਿਆਂ ਵਾਸਤੇ ਹੈ ਨਹੀਂਗਾ ਕਿ ਅਸੀਂ ਉਹਨਾਂ ਨੂੰ ਸਿਰਫ 10 ਕਰੋੜ ਰੁਪਇਆ ਵੀ ਨਹੀਂ ਦੇ ਸਕਦੇ। ਉਸ ਤੋਂ ਇਲਾਵਾ ਜਿਹੜੀ ਤੁਸੀਂ ਇਨਫਰਾਸਟ੍ਰਕਚਰ ਦੀ ਗੱਲ ਕਰ ਰਹੇ ਹੋ, ਤੁਸੀਂ ਕਿਸੇ ਸਰਕਾਰ ਦੇ MLA ਦਾ, ਤੁਸੀਂ ਵਿਰੋਧੀ ਧਿਰ ਦੇ MLA ਦਾ ਇੱਕ ਪੈਨਲ ਬਣਾ ਲਿਓ। ਆਪਾਂ ਕਿਸੇ ਸਰਕਾਰੀ ਕਾਲਜ 'ਚ, ਚਾਹੇ ਰਜਿੰਦਰਾ 'ਚ ਵਿਜ਼ਿਟ ਕਰ ਲਿਓ, ਚਾਹੇ ਅੰਮ੍ਰਿਤਸਰ ਵਾਲੇ 'ਚ ਵਿਜ਼ਿਟ ਕਰ ਲਿਓ, ਹੋਸਟਲਾਂ ਦੇ ਕਮਰਿਆਂ ਦੇ ਗੇਟ ਤੱਕ ਹੈ ਨਹੀਂ। 2.5 ਲੱਖ ਰੁਪਇਆ ਇੱਕ ਸਾਲ ਦੀ ਉਹ ਫੀਸ ਲੈ ਰਹੇ ਨੇਗੇ। ਤੇ ਮੈਂ ਕਹਿੰਦਾ ਉਹ 1.5 ਲੱਖ 'ਚ ਉਦੋਂ ਵਧੀਆ ਕਮਰਾ, ਜੇ ਜਵਾਕ ਨੂੰ ਕਹਿ ਵੀ ਦੇਣਾ ਵੀ ਭਾਈ ਤੂੰ ਆਪਦਾ ਕਮਰਾ ਪਾ ਲੈ, 1.5 ਲੱਖ ਦੇ ਵਿੱਚ ਉਦੋਂ ਵਧੀਆ ਕਮਰਾ ਉਹਨਾਂ ਦੇ ਪੇਰੈਂਟਸ ਉਹਨਾਂ ਨੂੰ ਪਾ ਕੇ ਦੇ ਸਕਦੇ, ਪਰ 2.5 ਲੱਖ ਰੁਪਇਆ ਉਹਨਾਂ ਤੋਂ ਫੀਸਾਂ ਦੇ ਨਾਮ ਤੇ ਲਿਆ ਜਾ ਰਿਹਾ। ਸੋ ਮੈਂ ਦੁਬਾਰਾ ਕਹਿਣਾ ਕਿ ਤੁਸੀਂ ਦੂਜੀਆਂ ਸਟੇਟਸ ਨੂੰ ਦੇਖੋ, ਜਿਹੜੇ ਅੱਜ 250 ਰੁਪਏ 'ਚ ਸਾਲ ਦਾ ਲੈ ਕੇ ਜਿਹੜੇ ਸਟੇਟ MBBS ਕਰਵਾ ਰਹੇ ਆ, ਕੀ ਤੁਹਾਨੂੰ ਲੱਗਦਾ ਵੀ 250 ਰੁਪਏ 'ਚ ਕੋਈ ਬੱਚਾ ਪੜ੍ਹ ਜੂਗਾ? ਪਰ ਨਹੀਂ, ਉਹਨਾਂ 250 ਰੁਪਏ 'ਚ ਬਿਲਕੁਲ ਨਹੀਂ ਪੜ੍ਹ ਸਕਦਾ। ਉਹ ਸਟੇਟਾਂ ਨੇ ਜਿਹੜੀਆਂ ਉਹਨਾਂ ਨੂੰ ਪਤਾ ਹੈ ਕਿ ਸਾਡੀ ਵੈਲਫੇਅਰ ਸਟੇਟ ਹੈ, ਹੈਲਥ ਨਾਲੋਂ ਵੱਡੀ ਕੋਈ ਸੇਵਾ ਨਹੀਂ, ਇਸੇ ਕਰਕੇ ਅਸੀਂ ਫ੍ਰੀ ਡਾਕਟਰ ਵੀ ਬਣਾਉਣੇ ਆ ਤਾਂ ਕਿ ਉਹ ਉਸ ਤੋਂ ਬਾਅਦ ਸਰਕਾਰੀ ਹਸਪੀਟਲਾਂ 'ਚ ਰਹਿ ਕੇ ਲੋਕਾਂ ਦੀ ਸੇਵਾ ਕਰਨ। ਫੀਸ ਵਧਾਉਣ ਨਾਲ ਕੱਲਾ ਗਰੀਬਾਂ ਦੀ ਮੈਰਿਟ 'ਚੋਂ ਬਾਹਰ ਨਹੀਂ ਹੋਣੇ, ਮਿਡਲ ਕਲਾਸ ਮੈਰਿਟ 'ਚੋਂ ਬਾਹਰ ਨਹੀਂ ਹੋਣੇ, ਇਹਦੇ ਨਾਲ ਜਿਹੜੇ ਮਰੀਜ਼ ਆ ਉਹਨਾਂ ਤੇ ਵੀ ਵੱਡਾ ਇਫੈਕਟ ਪੈਣਾ, ਕਿਉਂਕਿ ਅੱਜ ਕੋਈ ਮਜ਼ਦੂਰ ਹੈ, ਕੋਈ ਮਿਡਲ ਕਲਾਸ ਦਾ, ਅਸੀਂ ਸਾਰੇ ਸਰਕਾਰੀ ਹਸਪੀਟਲ ਦੇ ਵਿੱਚ ਜਾਂਦੇ ਆ, ਪਰ ਜਦੋਂ ਅਸੀਂ ਇੰਨੀਆਂ ਮਹਿੰਗੀਆਂ ਫੀਸਾਂ ਕਰ ਦਾਂਗੇ, ਸਰਕਾਰੀ ਹਸਪੀਟਲਾਂ ਦੇ ਵਿੱਚ ਡਾਕਟਰਾਂ ਦੀਆਂ ਤਨਖਾਹਾਂ ਘੱਟ ਹੈ। ਮੈਨੂੰ ਇਹ ਦੱਸੋ ਕਿ ਸਰਕਾਰੀ ਹਸਪੀਟਲਾਂ 'ਚ ਡਾਕਟਰੀ ਕਰਨ, ਉੱਥੇ ਨੌਕਰੀ ਕਰਨ ਕਿਹੜਾ ਆਊਗਾ? ਅੱਜ ਹੀ ਸਾਡੇ ਕੋਲੇ 400 MD ਦੀਆਂ ਤੇ 300 MBBS ਦੀਆਂ ਸੀਟਾਂ ਇਸੇ ਕਰਕੇ ਖਾਲੀ ਨੇ ਕਿਉਂਕਿ ਡਾਕਟਰ ਇੰਨੀਆਂ ਮਹਿੰਗੀਆਂ ਫੀਸਾਂ ਭਰ ਕੇ ਜਦੋਂ ਡਾਕਟਰ ਬਣਦੇ ਨੇਗੇ, ਉਹਨਾਂ ਨੂੰ ਇਹ ਹੁੰਦਾ ਵੀ ਸਾਨੂੰ ਇੱਥੇ ਸਰਕਾਰੀ 'ਚ ਮਿਲਣਾ ਕੀ ਹੈਗਾ, ਸਾਰ ਦਿਨ ਨਾਲੇ ਮਰੀਜ਼ ਜ਼ਿਆਦਾ ਆਉਣਗੇ, ਪ੍ਰਾਈਵੇਟ 'ਚ ਜਾਵਾਂਗੇ ਸਾਨੂੰ 2-2 ਲੱਖ ਰੁਪਇਆ ਦਿੰਦੇ ਆ। ਜੇ ਅਸੀਂ ਗਰੀਬਾਂ ਦੇ ਬੱਚਿਆਂ ਨੂੰ ਮੁਫਤ ਪੜ੍ਹਾਵਾਂਗੇ ਤਾਂ ਅਸੀਂ ਉਹਨਾਂ ਨਾਲ ਐਗਰੀਮੈਂਟ ਵੀ ਸਾਈਨ ਕਰ ਸਕਦੇ ਹਾਂ ਵੀ ਭਾਈ ਤੁਹਾਨੂੰ ਮੁਫਤ MBBS ਕਰਾਈ ਹੈ, ਮੁਫਤ MD ਕਰਵਾਈ ਹੈ, ਤੁਸੀਂ ਚਾਹੇ ਰੇਡੀਓ ਦੀ ਕੀਤੀ ਹੈ, ਚਾਹੇ ਮੈਡੀਸਿਨ ਦੀ ਕੀਤੀ ਹੈ, ਹੁਣ ਤੁਸੀਂ ਮੁਫਤ ਘੱਟੋ ਚਾਹੇ ਜਿੰਨੀ ਸੈਲਰੀ ਤੇ 20 ਸਾਲ ਤੁਸੀਂ ਸਰਕਾਰੀ ਹਸਪੀਟਲ ਦੇ ਵਿੱਚ ਸੇਵਾ ਕਰਨੀ ਹੈ, ਜਿਹਦੇ ਨਾਲ ਮੈਂ ਸਮਝਦਾ ਕਿ ਜਿਹੜੇ ਮਜ਼ਦੂਰ ਨੇ, ਜਿਹੜੇ ਮਿਡਲ ਕਲਾਸ ਨੇ, ਉਹਨਾਂ ਨੂੰ ਹਸਪੀਟਲਾਂ ਦੇ ਵਿੱਚ ਸਰਕਾਰੀ ਡਾਕਟਰ ਮਿਲਦੇ ਰਹਿਣਗੇ। ਪਰ ਜੇ ਅਸੀਂ ਇਸੇ ਤਰ੍ਹਾਂ ਫੀਸਾਂ ਵਧਾਉਂਦੇ ਗਏ, ਹੁਣ ਸਾਡੇ ਕੋਲੇ 400 MD ਦੀਆਂ ਖਾਲੀ ਆ, 300 MBBS ਦੀਆਂ, ਆਉਣ ਵਾਲੇ ਸਮੇਂ 'ਚ ਜੇ ਫੀਸਾਂ ਆਈ ਵਧਦੀਆਂ ਗਈਆਂ ਤਾਂ ਸਾਨੂੰ MD ਦਾ ਡਾਕਟਰ ਸਰਕਾਰੀ ਹਸਪੀਟਲਾਂ ਦੇ ਵਿੱਚ ਨਹੀਂ ਮਿਲਣਾ। ਸੋ ਵੱਡਾ ਸਵਾਲ ਹੈ ਕੁਲਦੀਪ ਜੀ ਇਹ ਵੀ। ਸੁਰਖਾਬ ਜੀ, ਜਿਹੜੀ ਗੱਲ ਹੇਰ ਸਾਹਿਬ ਕਰਦੇ ਆ,
ਕੁਝ ਗੱਲਾਂ ਇਹਨਾਂ ਦੇ ਵਿੱਚੋਂ ਹਾਈਪੋਥੀਕੇਟਡ ਗੱਲਾਂ ਇਹਨਾਂ ਨੇ ਕੀਤੀਆਂ ਨੇ। ਹਾਈਪੋਥੀਕਲ ਇਸ ਕਰਕੇ ਮੈਂ ਕਹਿਣਾ ਕਿ ਜੀ ਗਰੀਬਾਂ ਦੇ ਬੱਚਿਆਂ ਨੂੰ, ਮੈਂ ਇਸ ਗੱਲ ਦਾ ਡੇ 1 ਤੋਂ ਕਹਿਣਾ ਕਿ ਜਿਹੜਾ ਫੀਸ ਸਟਰਕਚਰ ਆ ਉਹ ਤੁਹਾਡੀ ਅਪਰੋਚ, ਤੁਹਾਡੀ ਰੀਚ ਹੋਣਾ ਚਾਹੀਦਾ, ਇਸ ਗੱਲ ਨੂੰ ਕੋਈ ਦੋ ਰਾਵਾਂ ਨਹੀਂ। ਲੇਕਿਨ ਜਿਹੜੀ ਇਹ ਗੱਲ ਕਹਿੰਦੇ ਆ ਕਿ ਜੀ ਅਸੀਂ ਉਹ ਗਰੀਬ ਬੱਚੇ ਨੂੰ ਅਸੀਂ ਮੁੜ ਕੇ ਉਹਨੂੰ 20 ਸਾਲ ਲਈ ਬਾਉਂਡ ਕਰ ਲਓ ਜੀ, ਉਹ ਤੁਹਾਡੇ ਲਈ ਏਦਾਂ ਕਰੂਗਾ, ਇਹ ਗੱਲਾਂ ਹੇਰ ਸਾਹਿਬ ਨਹੀਂ ਹੁੰਦੀਆਂ। ਨਹੀਂ, ਹੁਣ ਵੀ ਇੱਕ ਮਿੰਟ ਵੈਦ ਸਾਹਿਬ, ਹੁਣ ਵੀ ਜਿਹੜੇ PCMS ਥਰੂ, ਜਿਹੜੇ PCMS ਨੂੰ ਸਰਕਾਰੀ ਕੋਟੇ ਥਰੂ MD ਚ ਦਾਖਲਾ ਮਿਲਦਾ, ਉਹਨਾਂ ਨੂੰ ਵੀ ਸਰਕਾਰ 10 ਸਾਲ ਲਈ ਬਾਉਂਡ ਕਰਦੀ ਹੈ ਵੀ ਤੁਸੀਂ ਸਰਕਾਰੀ ਨੌਕਰੀ ਤੇ ਜਾ ਨਹੀਂ ਸਕਦੇ। ਜੇ ਅਸੀਂ MBBS ਤੇ MD ਮੁਫਤ ਕਰਵਾਵਾਂਗੇ ਤਾਂ ਅਸੀਂ ਕਰਾਂਗੇ ਬਾਉਂਡ, ਕਿਉਂ ਨਹੀਂ ਕਰਾਂਗੇ? ਨਹੀਂ, ਉਹ ਲੀਗਲੀ ਠੀਕ ਨਹੀਂ ਹੁੰਦਾ ਸਾਹਿਬ। ਇਹ ਹਾਈਪੋਥੀਕਲ ਗੱਲਾਂ ਨੇ ਕਿ ਅਸੀਂ ਜੀ ਉਹਨਾਂ ਨੂੰ 20 ਸਾਲ ਲਈ ਬਾਉਂਡ ਕਰ ਦਈਏ ਜਾਂ 10 ਸਾਲ ਲਈ ਬਾਉਂਡ ਕਰ ਦਈਏ, ਇਸ ਤਰ੍ਹਾਂ ਦਾ ਕੁਝ ਨਹੀਂ। ਮੈਂ ਡੇ 1 ਤੋਂ ਕਹਿੰਦਾ ਕਿ ਜਿਹੜਾ ਫੀਸ ਸਟਰਕਚਰ ਆ ਉਹ ਰੀਜ਼ਨੇਬਲ ਹੋਣਾ ਚਾਹੀਦਾ, ਦੇयर इज नो डाउट अबाउट इट। ਜਿੱਥੋਂ ਤੱਕ ਤੁਸੀਂ ਇਹਦੀ ਗੱਲ ਕਰਦੇ ਹੋ ਸਾਹਿਬ, ਇਹਦੇ ਚ ਹਸਪੀਟਲ ਦੀ, ਇਹਦੇ ਚ ਇੱਕ ਮੈਨੂੰ ਦੱਸੋ, ਆਰਮੀ ਦੇ ਵਿੱਚ ਵੀ ਜਿਹੜੇ NDA ਥਰੂ ਜਾਂਦੇ ਆ ਉਹਨਾਂ ਨੂੰ ਆਰਮੀ ਦੀ ਸੇਵਾ ਕਰਨੀ ਪੈਂਦੀ ਆ, ਨਹੀਂ ਪੈਸੇ ਭਰਨੇ ਪੈਂਦੇ ਆ। ਤੁਸੀਂ DC ਰਹੇ ਹੋ, ਮੇਰੇ ਨਾਲ ਬੜੇ ਉੱਚੇ ਅਹੁਦਿਆਂ ਤੇ ਰਹੇ ਹੋ। ਇਸ ਤਰ੍ਹਾਂ ਮੈਂ ਦੱਸਦਾ, ਹਰ ਸਰਵਿਸਿਜ਼ ਦਾ ਇੱਕ ਆਪਣਾ ਰੂਲਸ ਐਂਡ ਰੈਗੂਲੇਸ਼ਨ ਨੇ, ਸਿਵਲ ਸਰਵਿਸ ਦੇ ਵੱਖਰੇ ਰੂਲਸ ਐਂਡ ਰੈਗੂਲੇਸ਼ਨਸ ਨੇ। ਜੇ ਤੁਸੀਂ ਉਹ ਕੋਟੇ ਹੋ ਤਾਂ ਆਰਮੀ ਦੇ ਵਿੱਚ ਵੀ ਹੈ, ਉਹ ਤਾਂ ਆਰਮੀ ਦੇ ਵਿੱਚ ਵੀ ਹੈ, ਇਸੇ ਤਰ੍ਹਾਂ ਹੋਰ ਸਰਵਿਸਿਜ਼ ਦੇ ਵਿੱਚ ਵੀ ਹੈ। ਲੇਕਿਨ ਜਿੱਥੋਂ ਤੱਕ MBBS ਦਾ ਸਵਾਲ ਹੈ, ਜਿਹੜਾ MD ਦਾ ਸਵਾਲ ਹੈ, ਜਿਹੜੇ ਤੁਸੀਂ ਕਿਹਾ ਕਿ ਸਾਡੇ ਕੋਲ ਡਾਕਟਰਸ ਦਾ ਜਿਹੜਾ ਇੱਕ, ਫਿਰ ਮੈਂ ਬਜਟ ਤੇ ਆਉਣਾ ਜੀ, ਕਿ ਹਰ ਘਰ ਨੂੰ ਜਦੋਂ ਆਪਾਂ ਚਲਾਉਣਾ ਆ, ਜੇ ਇੱਕ ਪਰਿਵਾਰ ਦੇ 2 ਜਾਂ 3 ਮੁੰਡੇ ਜਾਂ ਇੱਕ ਲੜਕੀ ਜਾਂ 2 ਬੱਚੇ ਆ, ਤੁਸੀਂ ਉਹਦੀ ਪੜ੍ਹਾਈ ਲਿਖਾਈ ਕਰਾਉਣੀ ਹੈ, ਤੁਹਾਡਾ ਇੱਕ ਬਜਟ ਹੈ। ਜੇ ਤੁਹਾਡੀ 20,000 ਰੁਪਇਆ ਇਨਕਮ ਹੈ ਜਾਂ ਲੱਖ ਰੁਪਇਆ ਇਨਕਮ ਹੈ, ਤੁਸੀਂ ਉਹਨੂੰ ਉਸ ਹਿਸਾਬ ਦੇ ਨਾਲ ਹੀ ਮੈਨੇਜ ਕਰੋਗੇ। ਇਹ ਨਹੀਂ ਕਿ ਜੀ ਤੁਸੀਂ, ਜੇ ਤੁਹਾਡਾ ਅੱਜ ਖਰਚਾ ਤੁਹਾਡਾ 50,000 ਰੁਪਏ ਆਮਦਨ, ਤੁਹਾਡੀ 30,000 ਰੁਪਏ, ਤਾਂ ਤੁਸੀਂ ਡੈਫੀਸਿਟ 'ਚ ਜਾਣਾ ਹੀ ਜਾਣਾ। ਜਿਹੜਾ ਮਸਲਾ ਆਪਣਾ ਇਹ ਹੈਗਾ ਉਹ ਇਹੀ ਹੈ ਕਿ ਹਰ ਸਰਕਾਰ ਨੂੰ ਜਿੱਥੋਂ ਤੱਕ ਗਰੀਬੀ ਦਾ ਸੰਬੰਧ ਆ ਜਾਂ ਮਿਡਲ ਕਲਾਸ ਦਾ ਸੰਬੰਧ ਹੈ, ਐਜੂਕੇਸ਼ਨ ਦੇ ਵਿੱਚ ਬੈਨੀਫਿਟ ਦੇਣੇ ਚਾਹੀਦੇ ਆ, ਤਾਂ ਕਿ ਜਿਹੜੇ ਸਾਡੇ ਬੱਚੇ ਆ, ਜਿਹੜੇ ਸਾਡੇ ਗਰੀਬ ਪਰਿਵਾਰ ਹੈ, ਉਹ ਐਜੂਕੇਸ਼ਨ ਸਹੀ ਢੰਗ ਨਾਲ ਲੈ ਸਕਣ। ਇਹ ਸਾਨੂੰ, ਤੁਸੀਂ ਫਿਰ ਐਗਜ਼ਾਮਪਲ ਦੇ ਰਹੇ ਹੋ ਹੋਸਟਲਸ ਦੀ, 250 ਰੁਪਏ ਦੇ ਵਿੱਚ ਅੱਜ ਮੈਨੂੰ ਦੱਸ ਦਿਓ ਕਿ ਕਿਹੜੇ ਹੋਸਟਲ ਦੀ ਫੀਸ ਹੈ, ਕਿਹੜੇ MBBS ਕਾਲਜ ਦੇ ਹੋਸਟਲ ਦੀ 250 ਰੁਪਏ ਦੀ ਕਿਹੜੀ ਸਟੇਟ ਦੀ ਫੀਸ ਹੈ। ਥੋੜਾ ਬਹੁਤਾ ਸਾਨੂੰ ਆਪਣਾ ਬਜਟ ਵੇਖ ਕੇ ਜ਼ਰੂਰ ਚੱਲਣਾ ਪਏਗਾ, ਤੁਸੀਂ ਤਾਂ ਹੀ ਆਪਣੇ ਜਿਹੜੇ ਇੰਸਟੀਟਿਊਸ਼ਨ ਚਲਾ ਸਕਦੇ ਹੋ। ਮੌਲਾਨਾ ਆਜ਼ਾਦ ਕਾਲਜ ਦਿੱਲੀ, ਵੈਦ ਸਾਹਿਬ, ਮੌਲਾਨਾ ਆਜ਼ਾਦ ਕਾਲਜ ਦਿੱਲੀ 250 ਰੁਪਇਆ ਸਾਲ ਦੀ ਫੀਸ ਹੈ। ਹੇਰ ਸਾਹਿਬ, ਉਹਨੂੰ ਇਹ ਦੇਖੋ ਕਿ ਉਹਨੂੰ ਸੈਂਟਰ ਗਵਰਨਮੈਂਟ ਦੀ ਕਿੰਨੀ ਏਡ ਹੈ, ਦਿੱਲੀ ਗਵਰਨਮੈਂਟ ਦੀ ਏਡ ਨਹੀਂ, ਉਹਨੂੰ ਸੈਂਟਰ ਗਵਰਨਮੈਟ ਦਾ ਕਿੰਨੀ ਏਡ ਆ, ਉਹਨੂੰ ਸੈਂਟਰ ਗਵਰਨਮੈਂਟ ਦੀ ਤੁਸੀਂ ਇੱਕ ਵੈਦ ਸਾਹਿਬ ਜਿਹੜੀ ਨਾ ਮੈਂ ਜਿਹੜੀ ਤੁਸੀਂ ਘਰ ਵਾਲੀ ਵੀ ਗੱਲ ਕਰ ਰਹੇ ਹੋ, ਦੁਬਾਰਾ ਤੁਸੀਂ ਐਗਜ਼ਾਮਪਲ ਦੇ ਰਹੇ ਹੋ ਵੀ ਆਪਣੇ ਘਰ ਦਾ ਖਰਚਾ ਹੈਗਾ। ਵੈਦ ਸਾਹਿਬ, ਜਦੋਂ ਘਰ ਦਾ ਖਰਚਾ ਵੀ ਆਪਾਂ ਨਾ ਜਿਹੜੇ ਮੈਨੇਜ ਕਰਨਾ ਹੋਵੇ, ਘਟਾਉਣਾ ਹੋਵੇ, ਤਾਂ ਆਪਾਂ ਬੇਬੇ ਜਾਂ ਬਾਪੂ ਦੀ ਦਵਾਈ ਨਹੀਂ ਘਟਾਉਂਦੇ, ਬੱਚਿਆਂ ਦੀਆਂ ਜਿਹੜੀਆਂ ਕਿਤਾਬਾਂ ਨਹੀਂ ਘਟਾਉਂਦੇ, ਤਾਂ ਉਦੋਂ ਵੀ ਆਪਾਂ ਪੈਟਰੋਲ ਦਾ ਖਰਚਾ ਘੱਟ ਕਰ ਲੈਂਦੇ ਆ, ਜਾਂ ਜਿਹੜੇ ਸਾਡੇ ਫਾਲਤੂ ਖਰਚਾ ਜੇ ਅਸੀਂ ਬਾਹਰ ਰੋਟੀ ਖਾਣ ਜਾਂਦੇ ਆ ਉਹ ਘੱਟ ਕਰ ਲੈਂਦੇ ਆ। ਜਿਹੜੀਆਂ ਜ਼ਰੂਰੀ ਚੀਜ਼ਾਂ ਨੇ, ਸਾਨੂੰ ਪਤਾ ਵੀ ਸਾਡੀ ਬੇਬੇ ਨੂੰ ਦਵਾਈ ਉਹਦੀ ਸ਼ੂਗਰ ਦੀ, BP ਦੀ ਚੱਲਦੀ ਆ, ਉਹ ਦੇਣੀ ਆ, ਉਹ ਨਹੀਂ ਅਸੀਂ ਘਟਾ ਸਕਦੇ। ਸਾਨੂੰ ਪਤਾ ਕਿ ਮੇਰੇ ਬੱਚਾ 10ਵੀਂ 'ਚ ਪੜ੍ਹਦਾ, 12ਵੀਂ 'ਚ ਪੜ੍ਹਦਾ, ਉਹਨੂੰ ਕਿਤਾਬਾਂ ਚਾਹੀਦੀਆਂ, ਉਹ ਨਹੀਂ ਘਟਾ ਸਕਦੇ। ਤੁਸੀਂ ਇਸ ਨੂੰ ਦੁਬਾਰਾ ਇਹ ਕਹਿ ਕੇ ਕਿ ਜੀ ਖਰਚੇ ਮੈਨੇਜ ਕਰਨੇ ਪੈਂਦੇ ਆ, ਅਸੀਂ ਜਸਟੀਫਾਈ ਨਹੀਂ ਕਰਦਾ। ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਹਰ ਸਰਕਾਰ ਨੂੰ ਇੱਕ ਬਜਟ ਬਣਾਉਣਾ ਹੀ ਪੈਂਦਾ ਹੈ, ਹਰ ਇੰਸਟੀਟਿਊਸ਼ਨ ਦਾ ਉਹਨਾਂ ਨੂੰ ਬਜਟ ਦੇਖਣਾ ਹੀ ਪੈਂਦਾ ਹੈ। ਵੈਦ ਸਾਹਿਬ, ਬਜਟ ਬਣਾਓ। ਅਸੀਂ ਸਰਕਾਰ ਕੋਲੇ, ਅਸੀਂ ਤੁਹਾਡੇ ਆਪ ਦੇ ਅੱਜ ਸਰਕਾਰ ਦੇ ਪਹਿਲਾਂ ਮੰਤਰੀ ਸੀ, MLA ਵੀ ਨੇ, ਅਸੀਂ ਵੀ ਜਿਹੜੀਆਂ ਵਿਧਾਨ ਸਭਾ 'ਚ ਗੱਲਾਂ ਬੜੇ ਵਾਰ ਕਹੀਆਂ, ਨਵਜੋਤ ਸਿੰਘ ਸਿੱਧੂ ਜੀ ਨੇ, ਉਹਨਾਂ ਨੇ ਵੀ ਕਿਹਾ, ਅਸੀਂ ਦੁਬਾਰਾ ਕਹਿੰਦੇ ਰਹੇ, ਕਿਉਂਕਿ ਸਰਕਾਰ ਨੇ ਮੈਨੀਫੈਸਟੋ 'ਚ ਕਿਹਾ ਸੀ ਕਿ ਅਸੀਂ ਸਰਕਾਰ ਬਣਦੇ ਸਾਰ ਜਿਹੜੀ ਲਿਕਰ ਕਾਰਪੋਰੇਸ਼ਨ ਬਣਾਵਾਂਗੇ। ਅਸੀਂ ਵੀ ਉਹੀ ਗੱਲਾਂ ਕਹਿਣਾ, ਨਵਜੋਤ ਸਿੰਘ ਸਿੱਧੂ ਜੀ ਕਹਿੰਦੇ ਰਹੇ ਵੀ ਤਾਮਿਲਨਾਡੂ ਸਾਡੇ ਨਾਲੋਂ ਉਹ ਘੱਟ ਉੱਥੋਂ ਦੇ ਲੋਕ ਸ਼ਰਾਬ ਪੀਂਦੇ ਨੇ, ਉਹਨਾਂ ਨੇ 32,000 ਕਰੋੜ ਦਾ ਮਾਲੀਆ ਉਹਨਾਂ ਨੇ 2018-19 ਦੇ ਵਿੱਚ ਇਕੱਠਾ ਕੀਤਾ ਤੇ ਸਾਡੇ ਤੋਂ 5200 ਕਰੋੜ ਹੋਇਆ। ਅਸੀਂ ਤੇ ਮੈਨੀਫੈਸਟੋ 'ਚ, ਜੇ ਸਾਨੂੰ 2017 ਤੋਂ ਪਹਿਲਾਂ ਪਤਾ ਸੀ, ਅਸੀਂ ਚੰਗੀ ਗੱਲ ਕਰਕੇ ਲਿਖਿਆ ਨਾ ਮੈਨੀਫੈਸਟੋ 'ਚ ਵੀ ਕਾਰਪੋਰੇਸ਼ਨ ਬਣਾਵਾਂਗੇ, ਸਟੇਟ ਦੀ ਕਮਾਈ 'ਚ ਵਾਧਾ ਹੋਊਗਾ। ਫਿਰ 3 ਸਾਲ ਹੋ ਗਏ ਤੁਸੀਂ ਕਾਰਪੋਰੇਸ਼ਨ, ਸਿੱਧੂ ਸਾਹਿਬ ਕਹਿੰਦੇ ਸੀ ਕਿ ਤੇਲੰਗਾਨਾ ਦੀ ਜਿਹੜੀ ਮਾਈਨਿੰਗ ਦੀ ਪਾਲਿਸੀ ਹੈ ਉਹ ਲਾਗੂ ਕਰੋ। ਸਰਕਾਰ ਦੀ ਐਸੀ ਕਿਹੜੀ ਮਜਬੂਰੀ ਹੈ ਕਿ ਜਿੱਥੋਂ ਤਾਂ ਇਨਕਮ ਦੇ ਸੋਰਸ ਪੈਦਾ ਹੋ ਸਕਦੇ ਆ ਉੱਥੋਂ ਤਾਂ ਅਸੀਂ ਕਰ ਨਹੀਂ ਰਹੇ, ਉੱਥੋਂ ਤਾਂ ਅਸੀਂ ਜਨਰੇਟ ਕਰਨ ਲਈ ਕੋਈ ਹੰਭਲਾ ਮਾਰ ਨਹੀਂ ਰਹੇ, ਪਰ ਜਿੱਥੋਂ ਅਸੀਂ ਲੋਕਾਂ ਨੂੰ ਸਹੂਲਤਾਂ ਦੇਣੀਆਂ ਉੱਥੇ ਅਸੀਂ ਸਕੰਜੇ ਕੱਸੀ ਜਾਂਦੇ ਆਗੇ।
ਬਿਲਕੁਲ ਜੇਕਰ ਹੇਰ ਸਾਹਿਬ ਜਿਹੜੀ ਤੁਸੀਂ ਸਰਦਾਰ ਜੀ ਅਮੀਤ ਜੀ ਦਾ ਨਵਜੋਤ ਸਹੀ ਹੈ, ਲੇਕਿਨ ਆਪਾਂ ਮੁੱਦਾ ਜੋ ਇਸ ਵਕਤ ਸਿਰਫ ਫੀਸਾਂ ਦਾ ਆ, ਉਹਨਾਂ ਨੇ ਕਮਾਈ ਦੀ ਗੱਲ ਕੀਤੀ ਹੈ, ਕਮਾਈ ਚਲੋ ਦੇਖੋ ਜੀ ਕਿਸੇ ਹੋਰ ਪਾਸੇ ਵੀ ਹੋ ਸਕਦੀ ਹੈ। ਸੁਰਖਾਬ ਜੀ ਜਦੋਂ ਘਰਾਂ 'ਚ ਕਿਸੇ ਵੀ ਸਟੇਟ ਦੀ ਜਿੱਦਾਂ ਆਮਦਨ ਆ ਉਹਦੇ ਹਿਸਾਬ ਨਾਲ ਹੀ ਹੁੰਦਾ। ਮੈਂ ਤੁਹਾਨੂੰ 4th ਟਾਈਮ ਰਿਪੀਟ ਕਰ ਰਿਹਾ ਕਿ ਮੈਂ ਇਸ ਗੱਲ ਦੇ ਆਪ ਹੱਕ ਵਿੱਚ ਆ ਕਿ ਜਿਹੜਾ ਸਾਡਾ ਐਜੂਕੇਸ਼ਨ ਸਟਰਕਚਰ ਆ ਜਾਂ ਸਾਡਾ ਮੈਡੀਕਲ ਸਟਰਕਚਰ ਆ, ਇਹਦੇ ਵਿੱਚ ਸਾਨੂੰ ਕੁਝ ਰਾਇਤਾਂ ਦੇਣੀਆਂ ਚਾਹੀਦੀਆਂ ਨੇ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਹੈ। ਲੇਕਿਨ ਜਿਹੜੀ ਹੇਰ ਸਾਹਿਬ ਗੱਲ ਕਰਦੇ ਨੇ ਆਪਣੀ ਤਾਮਿਲਨਾਡੂ ਦੀ, ਸਰ ਆਪਣੇ ਸਿੱਧੂ ਸਾਹਿਬ ਦੀ ਗੱਲ ਕਰਦੇ ਨੇ, ਪੰਜਾਬ ਦੇ ਵਿੱਚ ਇੱਕ ਕੋਟਾ ਸਿਸਟਮ ਹੈ, ਜਿਹੜੀ ਸਾਡੀ ਲਿਕਵਰ ਦੀ ਪਾਲਿਸੀ ਹੈ। ਇਹ ਗੱਲਾਂ ਕਰਨੀਆਂ ਕਈ ਵਾਰੀ ਟੀਵੀ ਦੇ ਉੱਤੇ ਬੈਠ ਕੇ ਜਾਂ ਸੌਖੀਆਂ ਹੁੰਦੀਆਂ ਨੇ, ਲੇਕਿਨ ਉਹਨਾਂ ਦੀ ਜਿਹੜੀ ਮੈਨੇਜਮੈਂਟ ਹੈ ਉਹ ਤੁਹਾਨੂੰ ਸਾਰਾ ਸਟੇਟ ਦਾ ਸਾਰਾ ਕੁਝ ਵੇਖ ਕੇ ਹੀ ਕਰਨਾ ਪੈਂਦਾ। ਇਸ ਤਰ੍ਹਾਂ ਨਹੀਂ ਹੁੰਦਾ ਕਿ ਤੁਸੀਂ ਇੱਕਦਮ ਆ ਕੇ ਇਹ ਨਹੀਂ ਕਰਦੇ ਹੋ। ਇੱਕ ਰੇਤੇ ਦੀ ਗੱਲ ਚੱਲਦੀ ਹੈ ਜੀ, ਇੱਕੋ ਦਾ ਮਾ ਕੇ ਨਹੀਂ ਬਿਆਨ ਸਾਹਿਬ ਜੀ ਮੀਤ ਜੀ 3.5 ਸਾਲ ਦਾ 300 ਕਰੋੜ ਰੁਪਇਆ ਸਵਾਲ 10 ਸਾਲ ਦਾ ਸੀਗਾ ਜੀ। ਜੋ ਮੁੱਦਾ ਆਪਣਾ MBBS ਫੀਸਾਂ ਦਾ ਸੀਗਾ, ਇਸ ਵਕਤ ਫੀਸਾਂ ਜੋ ਵਧਾਈਆਂ ਗਈਆਂ ਨੇ ਨਾਲ, ਚਲੋ ਆਪਾਂ MBBS ਫੀਸਾਂ ਦਾ, ਸੁਰਖਾਬ ਜੀ ਤੁਸੀਂ ਬਿਲਕੁਲ ਠੀਕ ਕਹਿੰਦੇ ਹੋ, ਬਟ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਇਹਨਾਂ ਨੇ ਰੇਤੇ ਦੀ ਗੱਲ ਕੀਤੀ ਆ, ਆਉਂਦਿਆਂ ਸਾਰ ਆਕਸ਼ਨ ਸ਼ੁਰੂ ਕਰਵਾਈ। ਬੜੀ ਵੱਡੀ ਗੱਲ ਸੀ ਆਕਸ਼ਨ ਸ਼ੁਰੂ ਕਰਨਾ। ਜੀ ਬਿਲਕੁਲ, ਉਹ ਆਕਸ਼ਨ ਦੇ ਹਿਸਾਬ ਨਾਲ ਹੀ ਸਾਰੀਆਂ ਜਿਹੜੀਆਂ ਸੀਗੀਆਂ ਉਹ ਖੱਡਾਂ ਦੀ ਅਲਾਟਮੈਂਟ ਹੋਈ ਹੈ। 10 ਸਾਲ ਦੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਵਿੱਚ 300 ਕਰੋੜ ਰੁਪਇਆ ਸੀ, ਸਾਡਾ 314 ਕਰੋੜ ਰੁਪਇਆ 3 ਸਾਲ ਦਾ ਆ। ਇਸ ਕਰਕੇ ਜਿਹੜੀ ਤੁਸੀਂ MBBS ਦੀ ਗੱਲ ਕਰਦੇ ਹੋ, ਮੈਂ ਤਾਂ ਤੁਹਾਨੂੰ ਪਹਿਲਾਂ ਹੀ ਐਡਮਿਟ ਕਰ ਚੁੱਕਿਆ। ਵੈਦ ਸਾਹਿਬ ਇੱਕ ਪ੍ਰਾਈਵੇਟ ਕੰਪਨੀ ਰੋਪੜ ਦੀ ਜਿਹਦੇ ਤੇ ਪਰਚਾ ਦਰਜ ਹੋਇਆ ਹੈ, ਉਹਨਾਂ ਕੋਲੇ ਰੇਤੇ ਦੀਆਂ ਖੱਡਾਂ ਸੀ। ਉਹਨਾਂ ਨੇ ਜਦੋਂ ਮੈਜ਼ਰਮੈਂਟ ਕਰਵਾਈ, ਉਹਨਾਂ ਨੇ ਬਹੁਤ ਜ਼ਿਆਦਾ ਉੱਥੋਂ ਰੇਤਾ ਕੱਢ ਚੁੱਕੇ ਸੀ। 650 ਕਰੋੜ ਦੀ ਰਿਕਵਰੀ ਇੱਕ ਕੰਪਨੀ ਤੋਂ ਬਾਕੀ ਹੈ, ਇੱਕ ਜ਼ਿਲ੍ਹੇ 'ਚ। ਤੁਸੀਂ ਦੇਖੋ ਕਿ ਪੂਰੇ ਪੰਜਾਬ ਦੇ ਵਿੱਚ ਤੁਹਾਡੀ ਸਰਕਾਰ ਦੇ ਵਿੱਚ ਵੀ ਰੇਤ ਮਾਫੀਆ ਕਿਸ ਤਰ੍ਹਾਂ ਚੱਲਿਆ, ਹਨਾ। ਤੁਸੀਂ ਚਲੋ ਠੀਕ ਹੈ, ਤੁਸੀਂ ਸਰਕਾਰ ਵੱਲੋਂ ਆਏ ਹੋ, ਤੁਹਾਨੂੰ ਡਿਫੈਂਡ ਕਰਨਾ ਬਣਦਾ ਹੈ। ਨਹੀਂ ਹੇਰ ਸਾਹਿਬ, ਨਹੀਂ ਮੈਂ ਤੁਹਾਨੂੰ, ਤੁਸੀਂ ਬੋਲੋ, ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਜੀ। ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ, ਮੇਰੇ ਹਲਕੇ ਦੇ ਵਿੱਚ ਸਤਲੁਜ ਦਰਿਆ ਦੇ ਉੱਤੇ 2 ਖੱਡਾਂ ਨੇ, ਇੱਕ ਰਜਾਪੁਰਾ ਤੇ ਇੱਕ ਹੈਗੀ ਆਪਣੀ ਏਅਰਟੈਲ। ਮੈਂ ਹੇਰ ਸਾਹਿਬ ਤੁਸੀਂ ਗੱਲ ਕੀਤੀ ਸੀ ਕਿ ਬਣਾ ਦਿਓ ਜੀ, ਇੱਕ ਕਮੇਟੀ ਬਣਾ ਦਿਓ, ਆਪਾਂ ਹੌਸਟਲ ਚੈੱਕ ਕਰ ਲੈਂਦੇ ਆ। ਮੈਂ ਤੁਹਾਨੂੰ ਕਹਿਣਾ, ਇੱਥੇ ਤੁਸੀਂ ਕਮੇਟੀ ਬਣਾਓ, ਮੇਰੇ ਨਾਲ ਚੱਲੋ, ਮਈਅਰ ਕਰਾਓ, ਦੇਖੋ ਚੱਲ ਕੇ ਵੀ ਉੱਥੇ ਕਿੰਨੇ ਕੁ ਟਰੱਕ ਨਿਕਲੇ, ਕਿੰਨਾ ਰੇਤਾ ਨਿਕਲਿਆ, ਕਿਹੜੀ ਕੰਪਨੀ ਨੇ ਕੀ ਲਿਆ। ਇਸ ਤਰ੍ਹਾਂ ਨਹੀਂ, ਤੁਸੀਂ ਇਹ ਨਾ ਕਹੋ। ਮੈਂ ਇੱਕ ਗੱਲ ਕਹਿੰਦਾ, ਚੋਰ ਨੇ ਚੋਰੀ ਕਰਨੀ ਹੈ, ਲੇਕਿਨ ਕੈਪਟਨ ਅਮਰਿੰਦਰ ਸਿੰਘ ਉਹਨਾਂ ਚੋਰਾਂ ਨੂੰ ਫੜਦੇ ਵੀ ਨੇ। ਇਹ ਨਹੀਂ ਜਿਹੜਾ ਚੋਰ ਹੈ ਇਹਦਾ ਮਤਲਬ ਇਹ ਨਹੀਂ ਕਿ ਫੜਦੇ ਬਹੁਤ ਲੇਟ ਹੋ ਜਾਂਦੇ ਆ ਜੀ। ਉਦੋਂ ਪੰਜਾਬ ਦੇ ਖਜ਼ਾਨੇ ਨੂੰ ਬਹੁਤ ਵੱਡਾ ਉਹ ਚੂਨਾ ਲਾ ਜਾਂਦੇ ਆ। ਮੀਤ ਜੀ, ਕੁਲਦੀਪ ਜੀ, ਚੈਲੰਜ ਹੋ ਰਹੇ ਨੇ ਦੋਵਾਂ ਧਿਰਾਂ ਵੱਲੋਂ। ਚੈਲੰਜ ਜਿਹੜਾ ਕਿ ਮੌਜੂਦਾ ਸਰਕਾਰ ਵੀ ਕਰਦੀ ਹੈ ਆਪਦੇ ਕੰਮਾਂ ਨੂੰ ਲੈ ਕੇ, ਜਾਂ ਵਿਰੋਧੀ ਧਿਰ ਵੀ ਹਮੇਸ਼ਾ ਕਰਦੀ ਹੈ ਸਰਕਾਰ ਨੂੰ ਉਹਦੇ ਕੰਮਾਂ ਨੂੰ ਲੈ ਕੇ ਚੁਣੌਤੀਆਂ ਨੇ। ਪਰ ਜੋ ਚੈਲੰਜ ਮੀਤ ਜੀ ਤੁਸੀਂ ਜਾਂ ਆਮ ਆਦਮੀ ਪਾਰਟੀ ਨੇ ਕੀਤਾ ਹੈ ਕਿ ਸਰਕਾਰ ਦੇ ਮੰਤਰੀ ਯਾਨੀ ਕਿ OP ਸੋਨੀ ਦੀ ਕੱਲ ਕੋਠੀ ਘੇਰਨੀ ਹੈ, ਪਰ ਲੋਕਡਾਊਨ ਹੈ, ਨਿਯਮਾਂ ਦੀ ਉਲੰਘਣਾ ਹੋਊਗੀ ਇਸ ਤਰੀਕੇ ਨਾਲ। ਤੁਹਾਨੂੰ ਨਹੀਂ ਲੱਗਦਾ ਵੀ ਇਸ ਤਰੀਕੇ ਨਾਲ ਜਿਹੜਾ ਲੋਕਾਂ ਦੇ ਵਿੱਚ ਇੱਕ ਲੋਕਾਂ ਨੂੰ ਬਚਾਉਣ ਦੇ ਲਈ ਸਰਕਾਰ ਜੋ ਹਦਾਇਤਾਂ ਦੀ ਪਾਲਣਾ ਕਰ ਰਹੀ ਹੈ ਜਾਂ ਜੋ ਨਿਯਮ ਅਪਣਾਏ ਗਏ ਨੇ ਉਹਨਾਂ ਦੀ ਉਲੰਘਣਾ ਹੋ ਜਾਵੇਗੀ? ਸੁਰਖਾਬ ਜੀ, ਅਸੀਂ ਬਿਲਕੁਲ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰੱਖਾਂਗੇ। ਜੋ ਨਿਯਮ ਨੇ, ਮਤਲਬ ਕਿ ਜਿਹੜੀਆਂ ਵੀ ਗਾਈਡਲਾਈਨਸ ਨੇ ਵੀ ਕਰੋਨਾ ਦੀ ਟਾਈਮ ਜਿਹੜੀਆਂ ਲੈਣੀਆਂ ਚਾਹੀਦੀਆਂ ਨੇ, ਅਸੀਂ ਮਾਸਕ ਵੀ ਪਾਵਾਂਗੇ, ਬਿਲਕੁਲ ਧਿਆਨ ਰੱਖਾਂਗੇ। ਪਰ ਅਸੀਂ ਮੁੱਖ ਵਿਰੋਧੀ ਧਿਰਾਂ, ਜੇ ਮੁੱਖ ਵਿਰੋਧੀ ਧਿਰ ਨਾ ਵੀ ਹੁੰਦੇ, ਜੇ ਮੈਂ ਸਮਝਦਾ ਕਿ ਮੈਂ ਪੰਜਾਬ ਦਾ ਆਮ ਨਾਗਰਿਕ ਹੋਣ ਦੇ ਨਾਤੇ ਵੀ, ਜੇ ਸਰਕਾਰ ਲੋਕਡਾਊਨ ਦੇ ਟਾਈਮ ਜਿਹੜੇ ਅੱਜ ਫਰੰਟ ਤੇ ਕੰਮ ਕਰ ਰਹੇ ਆ, ਜਿਹੜੇ ਕਰੋਨਾ ਮਹਾਮਾਰੀ ਦੇ ਨਾਲ ਲੜਨ ਲਈ ਸਾਡੇ ਪੰਜਾਬ ਦਾ, ਸਾਡੇ ਦੇਸ਼ ਦਾ ਸਾਥ ਦੇ ਰਹੇ ਆ, ਜੇ ਉਹਨਾਂ ਦੀ ਸਰਕਾਰ ਸੰਘੀ ਦੱਬਣ ਦੀ ਕੋਸ਼ਿਸ਼ ਕਰੂਗੀ, ਗਰੀਬਾਂ ਕੀ ਮਿਡਲ ਕਲਾਸ ਦੇ ਬੱਚਿਆਂ ਦੀ ਮੈਰਿਟ ਦਾ ਕਤਲ ਕਰਨ ਦੀ ਕੋਸ਼ਿਸ਼ ਕਰੂਗੀ, ਤਾਂ ਅਸੀਂ ਘਰੇ ਟਿੱਕੇ ਨਹੀਂ ਬੈਠ ਸਕਦੇ। ਅਸੀਂ ਸਾਰੇ ਨਿਯਮਾਂ ਦੀ ਪਾਲਣਾ ਕਰਾਂਗੇ, ਧਿਆਨ ਰੱਖਾਂਗੇ। ਪਰ ਫਿਰ ਵੀ ਸਰਕਾਰ ਨੇ ਜੋ ਸਾਡੇ ਤੇ ਕਾਰਵਾਈ ਕਰਨੀ ਹੈ ਕਰ ਲੈਣ। ਪਰ ਅਸੀਂ ਜਿਹੜੇ ਮੰਤਰੀ ਇਹ ਜਵਾਬ ਦਿੰਦੇ ਨੇ, ਜਿਹੜੇ BCA ਜਵਾਬ ਦਿੰਦੇ ਨੇ ਕਿ ਜੀ ਪ੍ਰਾਈਵੇਟ ਸਕੂਲਾਂ 'ਚ ਵੀ ਜਿਹੜੇ ਪੇਰੈਂਟਸ ਲੱਖਾਂ ਰੁਪਈਆ ਫੀਸ ਦੇ ਸਕਦੇ ਆ ਤਾਂ MBBS ਦੀ ਕਿਉਂ ਨਹੀਂ ਦੇ ਸਕਦੇ, ਤਾਂ ਅਸੀਂ ਉਹਨਾਂ ਨੂੰ ਸਵਾਲ ਕਰਨ ਤੇ ਸਰਕਾਰ ਨੂੰ ਇਹ ਕਹਿਣ ਵੀ ਇਹ ਜਿਹੜਾ ਲੋਕ ਵਿਰੋਧੀ ਫੈਸਲਾ ਹੈ, ਜਿਹੜਾ ਇਹ ਸਾਡੇ ਪੰਜਾਬ ਦੇ ਡਾਕਟਰਾਂ ਦੇ ਵਿਰੋਧੀ ਫੈਸਲਾ, ਇਹਨੂੰ ਵਾਪਸ ਲਓ। ਇਹ ਕਹਿਣ ਲਈ ਅਸੀਂ ਕੱਲ ਨੂੰ OP ਸੋਨੀ ਜੀ ਦੀ ਕੋਠੀ ਦਾ ਜ਼ਰੂਰ ਘਿਰਾਓ ਕਰਾਂਗੇ। ਮੇਰਾ ਅਖੀਰਲਾ ਸਵਾਲ ਹੈ, ਸਵਾਲ ਕੁਲਦੀਪ ਜੀ ਤੁਹਾਨੂੰ ਹੈ,
ਚੇਤਾਵਨੀ ਹੈ, ਵਾਰਨਿੰਗ ਹੈ, ਚੈਲੰਜ ਕਰ ਦਿੱਤਾ ਗਿਆ ਆ? ਰਵੱਈਆ ਕੀ ਹੈ? ਤੁਸੀਂ ਸਰਕਾਰ ਹੋ, ਸਰਕਾਰ ਦੇ ਵਿੱਚ ਬੈਠੇ ਹੋ, ਵਿਧਾਇਕ ਹੋ, ਕੀ ਰਵੱਈਆ ਜਦੋਂ ਵਿਰੋਧੀ ਇਹੋ ਜਿਹੀਆਂ ਕਾਰਵਾਈਆਂ ਕਰਦੇ ਨੇ? ਸੁਰਖਾਬ ਜੀ, ਆਮ ਆਦਮੀ ਪਾਰਟੀ ਦੀ ਜਿਹੜੀ ਸ਼ਾਖ ਆ ਉਹ ਪੰਜਾਬ ਦੇ ਵਿੱਚ ਆਪਾਂ ਸਾਰਿਆਂ ਨੂੰ ਪਤਾ ਹੈ। ਇਹਨਾਂ ਦਾ ਮੈਂ ਇਹ ਨਹੀਂ ਕਹਿੰਦਾ ਕਿ ਵਿਰੋਧੀ ਧਿਰ ਬਿਲਕੁਲ ਸਵਾਲ ਉਠਾ ਸਕਦੀ ਹੈ, ਬਿਲਕੁਲ ਡੈਮੋਕ੍ਰੇਸੀ ਦਾ ਇੱਕ ਬੜਾ ਵੱਡਾ ਇਹ ਪਲੱਸ ਪੁਆਇੰਟ ਹੈ। ਇਹਨਾਂ ਨੂੰ ਜ਼ਰੂਰ ਮਸਲੇ ਉਠਾਉਣੇ ਚਾਹੀਦੇ ਆ, ਉਠਾਉਣੇ ਵੀ ਚਾਹੀਦੇ ਨੇ, ਲੇਕਿਨ ਇਹਨਾਂ ਦੇ ਕੋਲੇ ਕੋਈ ਹੋਰ ਮੁੱਦਾ ਨਹੀਂ ਆ। ਆਮ ਆਦਮੀ ਪਾਰਟੀ ਕੋਲੇ ਇਹ ਆਪਣੀ ਸ਼ਾਖ ਬਚਾਉਣ ਦੇ ਚੱਕਰ ਦੇ ਵਿੱਚ ਇਹੋ ਜਿਹੇ ਮੁੱਦੇ ਉਠਾਉਂਦੇ ਨੇ। ਮੈਂ ਤੁਹਾਨੂੰ ਇੱਕ ਲਿਸਟ ਹੁਣੇ ਪੜ੍ਹ ਕੇ ਸੁਣਾਈ ਹੈ ਕਿ ਪ੍ਰਾਈਵੇਟ ਕਾਲਜਾਂ ਦੇ ਵਿੱਚ ਜਿਹੜੀ ਫੀਸ ਦਾ ਸਟਰਕਚਰ ਹੈ, ਇਹ 6 ਸਟੇਟਾਂ ਦਾ ਮੈਂ ਤੁਹਾਨੂੰ ਦੱਸਿਆ ਸੀ। ਉਹ ਹੇਅਰ ਸਾਹਿਬ ਸਟੱਡੀ ਕਰ ਲੈਣ ਕਿ ਪ੍ਰਾਈਵੇਟ ਦੀ ਵੈਦ ਸਾਹਿਬ ਪ੍ਰਾਈਵੇਟ ਦਾ ਰੌਲਾ ਹੀ ਨਹੀਂ। ਨਹੀਂ ਤੁਸੀਂ ਪ੍ਰਾਈਵੇਟ ਦੀ ਹੁਣ ਗੱਲ ਕੀਤੀ ਹੈ, ਤੁਸੀਂ ਹੁਣ ਪ੍ਰਾਈਵੇਟ ਦੀ ਗੱਲ ਕੀਤੀ ਹੈ। ਸੁਣੋ ਮੈਂ ਗੱਲ ਦੇਖੋ ਜੀ ਵੈਦ ਸਾਹਿਬ, ਮੈਂ ਸਟਾਰਟਿੰਗ ਤੋਂ ਕਹਿ ਰਿਹਾ, ਮੈਂ ਗੱਲ ਸਰਕਾਰੀ ਦੀ ਕਰ ਰਿਹਾ, ਜਿਹੜੀਆਂ ਸਰਕਾਰ ਦੇ ਅਧੀਨ ਨੇ। ਸਰਕਾਰ ਦਾ ਮੈਂ ਦੁਬਾਰਾ ਕਹਿ ਰਿਹਾ, ਤੁਸੀਂ ਵੀ ਕਹਿ ਰਹੇ ਹੋ ਕਿ ਸਰਕਾਰ ਹੈ ਜਿਹੜੀ ਪੰਜਾਬ ਦੀ ਵੈਲਫੇਅਰ ਹੈ। ਸਰਕਾਰ ਨਹੀਂ, ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਿਹਾ। ਦੇਖੋ ਮੈਂ ਆਪ ਇਸ ਗੱਲ ਦੇ ਬਿਲਕੁਲ ਹੱਕ ਵਿੱਚ ਹਾਂ ਕਿ ਸਾਡੀਆਂ ਜਿਹੜੀਆਂ ਚਾਹੇ ਮੈਡੀਕਲ ਕਾਲਜ ਹੈ, ਚਾਹੇ ਸਾਡੇ ਇੰਜੀਨੀਅਰਿੰਗ ਕਾਲਜ ਹੈ, ਚਾਹੇ ਸਾਡੇ ਦੂਜੇ ਇੰਸਟੀਟਿਊਸ਼ਨਸ ਹੈ, ਇਹਨਾਂ ਦਾ ਜਿਹੜਾ ਫੀਸ ਸਟਰਕਚਰ ਹੈ ਉਹ ਸਾਡੀ ਜਿਹੜੀ ਗਰੀਬ ਜਨਤਾ ਆ ਜਾਂ ਜਿਹੜੀ ਸਾਡੀ ਮਿਡਲ ਕਲਾਸ ਫੈਮਲੀਜ਼ ਹੈ ਉਹਨਾਂ ਦੀ ਪਾਕਟ ਦੇ ਹਿਸਾਬ ਨਾਲ ਡਿਸਾਈਡ ਹੋਣਾ ਚਾਹੀਦਾ। ਜੇ ਅਸੀਂ ਐਗਜ਼ੋਰਬਿਟੈਂਟ ਰੇਟਸ ਵਧਾ ਦੇਾਂਗੇ, ਫੀਸ ਵਧਾ ਦੇਾਂਗੇ, ਤਾਂ ਉਹਦੇ ਨਾਲ ਸਾਡਾ ਜਿਹੜਾ ਬੇਸਿਕ ਪਰਪਸ ਹੈ ਉਹ ਡਿਫੀਟ ਹੁੰਦਾ। ਇਹਦੇ ਦੇयर इज नो डाउट ਅਬਾਊਟ ਇਟ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਹੈ। ਜਿੱਥੋਂ ਤੱਕ ਤੁਹਾਡੀ ਪਾਰਟੀ ਦਾ ਸਵਾਲ ਹੈ, ਤਾਂ ਤੁਹਾਡੀ ਪਾਰਟੀ ਯੂ ਆਰ ਫ੍ਰੀ, ਤੁਸੀਂ ਆਪਣੀ ਜਿਹੜੀ ਤੁਹਾਡੀ ਚਲੋ ਮੈਨੂੰ ਜਾਂਦੇ ਵੈਦ ਸਾਹਿਬ ਇੱਕ ਗੱਲ ਦਾ ਜਵਾਬ ਦੇ ਦਿਓ ਕਿ ਜਿਹੜਾ ਸਰਕਾਰੀ ਕਾਲਜ ਅੰਮ੍ਰਿਤਸਰ 13.5 ਲੱਖ ਰੁਪਇਆ ਫੀਸ ਲੈ ਰਿਹਾ ਹਜੇ ਵੀ MBBS ਦੀ, ਸਰਕਾਰ ਦੀ ਨੋਟੀਫਿਕੇਸ਼ਨ ਤੋਂ ਬਾਅਦ, ਜਿਹੜਾ ਕਹਿੰਦਾ ਕਿ 10,000 ਰੁਪਇਆ ਫਾਈਨ ਕਰਾਂਗੇ ਜਿਹੜੇ ਨੇ ਨਾ ਫੀਸ ਭਰੀ, ਕੀ ਤੁਸੀਂ ਉਹਨਾਂ ਤੇ ਕੋਈ ਕਾਰਵਾਈ? 100% ਹੇਅਰ ਸਾਹਿਬ, ਤੁਹਾਡੀ ਇਸ ਇੰਟਰਵਿਊ ਤੋਂ ਬਾਅਦ ਆਲ ਟਾਕ ਟੂ ਪ੍ਰਿੰਸੀਪਲ ਸੈਕਟਰੀ ਹੈਲਥ, ਜਿਹੜੀ ਤੁਸੀਂ ਗੱਲ ਕਹੀ ਹੈ ਨਾ, ਇਹ ਮੈਂ 100% ਗੱਲ ਕਰੂੰਗਾ ਮਿਸਟਰ ਅਨੁਰਾਗ ਅਗਰਵਾਲ ਨਾਲ। ਇਸ ਤੋਂ ਬਾਅਦ ਮੈਂ ਤੁਹਾਡੀ ਖਤਮ ਹੁੰਦਿਆਂ ਸਾਰਾ ਆਲ ਟਾਕ ਟੂ ਹਿਮ ਐਂਡ ਤੁਹਾਨੂੰ ਉਸ ਗੱਲ ਦਾ ਮੈਂ ਤੁਹਾਡੇ ਫੋਨ ਤੇ ਜਵਾਬ ਵੀ ਤੁਹਾਨੂੰ ਭੇਜ ਦੂੰਗਾ ਕਿ ਉਹਨਾਂ ਨੇ ਮੈਨੂੰ ਕੀ ਕਿਹਾ। ਅਗਰ ਤੁਹਾਡੀ ਇਸ ਗੱਲ ਸੱਚਾਈ ਹੈ ਤਾਂ 100% 100% ਸੱਚਾਈ ਹੈ ਜੀ, 100%। ਮੈਂ ਆਮ ਨਾਟ ਡਿਨਾਈਂਗ ਇਟ, ਮੈਂ ਇਸ ਗੱਲ ਨੂੰ ਡਿਨਾਈ ਨਹੀਂ ਕਰ ਰਿਹਾ, ਕਿਉਂਕਿ ਜਿਹੜੀ ਅੰਮ੍ਰਿਤਸਰ ਵਾਲੀ ਫੀਸ ਦਾ ਸਟਰਕਚਰ ਉਹ ਮੈਂ ਦੇਖਿਆ ਨਹੀਂ ਹੈ, ਉਹ ਮੇਰੇ ਕੋਲ ਡਾਟਾ ਕੀ ਨਹੀਂ ਹੈ। ਤੁਹਾਡੇ ਤੋਂ ਇਸ ਮੀਟਿੰਗ ਦੇ ਖਤਮ ਹੁੰਦਿਆਂ ਸਾਰ ਆਲ ਟਾਕ ਟੂ ਪ੍ਰਿੰਸੀਪਲ ਸੈਕਟਰੀ ਹੈਲਥ ਐਂਡ ਮੈਂ ਤੁਹਾਨੂੰ ਫੋਨ ਦੇ ਉੱਤੇ ਇਹਦੇ ਬਾਰੇ ਦੱਸੂਗਾ ਕਿ ਮੇਰੀ ਕੀ ਗੱਲ ਹੋਈ ਹੈ ਤੇ ਕੀ ਮਾਜਰਾ ਹੈ। ਜੇ ਉਹਨਾਂ ਨੇ ਕੋਈ ਗਲਤੀ ਕੀਤੀ ਹੈ ਉਹ ਫੀਸ ਸਟਰਕਚਰ ਅਸੀਂ ਜ਼ਰੂਰ ਘਟਾਵਾਂਗੇ। ਸ਼ੁਕਰੀਆ ਅਮੀਤ ਜੀ, ਸ਼ੁਕਰੀਆ ਕੁਲਦੀਪ ਜੀ, ਬਹੁਤ ਬਹੁਤ ਧੰਨਵਾਦ। ਤੁਸੀਂ ਦੋਨਾਂ ਨੇ ਆਪਣੇ ਪੱਖ ਰੱਖਿਆ, ਆਪਣੇ ਵਿਚਾਰ ਰੱਖੇ। ਸੋ ਦੇਖਣਾ ਇਹ ਹੈ ਕਿ ਸਰਕਾਰ ਵੱਲੋਂ ਹੁਣ ਕੀ ਫੈਸਲੇ ਲਏ ਜਾਂਦੇ ਨੇ। ਸਿੱਧਾ ਸਕਰੀਨ ਤੇ ਜਿਵੇਂ ਕੁਲਦੀਪ ਜੀ ਨੇ ਗੱਲ ਕਹੀ ਹੈ ਕਿ ਜੇਕਰ ਅਜਿਹਾ ਕੁਝ ਹੋ ਰਿਹਾ ਆ ਕਿ ਮਾਮਲੇ ਜਾਂ ਫੀਸਾਂ ਵੱਧ ਲਈਆਂ ਜਾ ਰਹੀਆਂ ਨੇ, ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਂਦੀ ਹੈ। ਉਸ ਦੇ ਨਾਲ ਹੀ ਵੇਖਣਾ ਆ ਕਿ ਵਿਰੋਧੀ ਧਿਰ ਹੈ ਜੋ ਉਹ ਕਿਸ ਤਰੀਕੇ ਨਾਲ ਪ੍ਰੋਟੈਸਟ ਕਰਦੀ ਹੈ ਤੇ ਕਿਵੇਂ ਪੰਜਾਬ ਸਰਕਾਰ ਜੇਕਰ ਜਾਂ ਲੋਕਾਂ ਨਾਲ ਕਿਤੇ ਵਧੀਕੀ ਹੋ ਰਹੀ ਹੈ ਜਾਂ ਜੋ ਮੁੱਦੇ ਨੇ ਉਹ ਉਹਨਾਂ ਦੇ ਕੀ ਨਤੀਜੇ ਨਿਕਲਦੇ ਨੇ, ਆਉਣ ਵਾਲਾ ਸਮਾਂ ਹੀ ਦੱਸੇਗਾ।